ਵਾਹਿਗੁਰੂ ਸਾਹਿਬ ਜੀਓ। ਬਾਰਹਿ ਮਾਹਾ ਮਾਝ ਮਹੱਲਾ ਪੰਜਵਾਂ। ਘਰ ਚੌਥਾ। ਇਕ ਓੰਕਾਰ ਸਤਿ ਗੁਰ ਪ੍ਰਸਾਦ। ਵਾਹਿਗੁਰੂ ਜੀ। ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰਿ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ। ਅਸੁਨ ਪ੍ਰੇਮ ਉਮਾਹੜਾ ਕਿਉ ਮਿਲਿਐ ਹਰਿ ਜਾਏ। ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ। ਸੰਤ ਸਹਾਈ ਪ੍ਰੇਮ ਕੇ ਹਾਉ ਤਿਨ ਕੈ ਲਾਗਾ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ। ਆਪ ਤਿਆਗ ਬਿਨਤੀ ਕਰਹਿ ਲੇਹ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆਂ ਸੇ ਵਿਛੁੜ ਕਤਹਿ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਣਾਏ। ਅਸੂ ਸੁਖੀ ਵਸੰਦੀਆਂ ਜਿਨਾ ਮਇਆ ਹਰਿ ਰਾਏ। ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਣਾਏ। ਅਸੂ ਸੁਖੀ ਵਸੰਦੀਆਂ ਜਿਨਾ ਮਇਆ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿ ਰਹਿਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ।
ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ੇ। ਅੱਜ ਨਾਲ ਹੀ ਨਾਲ ਇੱਕ ਇਹ ਵੀ ਭਾਵ ਬੇਨਤੀ ਹੈ ਮਹਾਰਾਜ, ਜਿਵੇਂ ਆਪ ਜੀ ਨੇ ਪਿਛਲਾ ਮਹੀਨਾ ਭਾਦਰੋਂ ਦਾ ਪਿਆਰ ਤੇ ਆਸੀਸ ਵਿੱਚ ਆਪਣੇ ਭਾਣੇ ਵਿੱਚ ਬਤੀਤ ਕਰਾਇਆ ਹੈ, ਅੱਜ ਅਸਮ ਦੇ ਮਹੀਨੇ ਦੀ ਆਰੰਭਤਾ ਹੈ। ਕਿਰਪਾਲਤਾ ਕਰਨਾ, ਆਪਣੇ ਪਿਆਰ ਤੇ ਭਾਣੇ ਵਿੱਚ, ਆਪਣੇ ਹੀ ਚਰਨਾਂ ਦੀ ਪ੍ਰੀਤ ਵਿੱਚ ਬਾਣੀ ਪੜ੍ਹਦਿਆਂ ਸੁਣਦਿਆਂ ਬਤੀਤ ਹੋਵੇ, ਬਖਸ਼ਿਸ਼ ਹੋਵੇ, ਸਹਿਜ ਪ੍ਰਾਪਤੀ ਹੋ ਸਕੇ। ਕਿਉਂਕਿ ਇਸ ਮਹੀਨੇ ਦਾ ਜੋ ਭਾਵ ਹੈ ਇੱਕ ਦਰਸ਼ਨਾਂ ਦੀ ਪਿਆਸ ਹੈ। ਮਹਾਰਾਜ ਸਾਡੀ ਵੀ ਕਿਤੇ ਬੇਨਤੀ ਪ੍ਰਵਾਨ ਕਰਨਾ, ਸਾਡੇ ਮਨ ਵਿੱਚ ਵੀ ਕਿਤੇ ਪਿਆਸ ਉੱਠ ਸਕੇ ਆਪ ਦੇ ਦਰਸ਼ਨਾਂ ਦੀ, ਸਾਨੂੰ ਵੀ ਕਿਤੇ ਬਖਸ਼ਿਸ਼ ਮਿਲ ਜਾਏ। ਜਿਵੇਂ ਅੱਜ ਆਪ ਜੀ ਨੇ ਅੰਮ੍ਰਿਤ ਵੇਲੇ ਬਚਨ ਕੀਤਾ ਹੈ ਨਾ ਕਿ ਭਗਤਾਂ ਦੇ ਨਾਲ ਜਿਹੜਾ ਵਿਵਹਾਰ ਹੈ, ਵਰਤਨ, ਇਹ ਸ਼ਬਦ ਵਰਤਨ ਹੈ, ਵਰਤਨ ਵਿਵਹਾਰ, ਇਹ ਵਿਰਲਿਆਂ ਨੂੰ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਆਪਣੇ ਪਿਆਰਿਆਂ ਦੀ ਸੰਗਤ, ਪਿਆਰਿਆਂ ਦੇ ਨਾਲ ਵਰਤੋਂ ਵਿਹਾਰ ਬਖਸ਼ਿਸ਼ ਹੋਵੇ ਤੇ ਸਾਨੂੰ ਵੀ ਇਹ ਉਪਦੇਸ਼ ਜਿੱਥੇ ਅੱਜ ਸੁਣਨ ਨੂੰ ਪੜ੍ਹਨ ਨੂੰ ਪ੍ਰਾਪਤ ਹੋ ਰਿਹਾ ਹੈ, ਵਿਚਾਰਨ ਦਾ ਸੁਭਾਗ ਮਿਲ ਰਿਹਾ ਹੈ, ਉੱਥੇ ਇਹਦੀ ਕਮਾਈ ਹੋ ਸਕੇ ਤੇ ਸਾਡੀ ਝੋਲੀ 'ਚ ਇਹ ਦਾਤ ਵੀ ਪੈ ਸਕੇ। ਇਹੀ ਬੇਨਤੀਆਂ ਆਪਾਂ ਰਲ ਕੇ ਸਾਂਝੀਆਂ ਗੁਰਦੇਵ ਦੇ ਚਰਨਾਂ 'ਚ ਕਰਨੀਆਂ ਨੇ, ਕਿਉਂਕਿ ਸਾਨੂੰ ਜੋ ਪਾਵਨ ਬਾਣੀ 12 ਮਾਹ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ, ਔਰ ਜਿਸ ਦਾ ਅਸੀਂ ਹਰ ਮਹੀਨੇ ਵਾਰ ਇੱਕ ਪੌੜੀ ਜਾਪ ਪਾਠ ਕਰਦੇ ਹਾਂ, ਸਾਂਝੀ ਵਿਚਾਰ ਕਰਦੇ ਹਾਂ ਤੇ ਇੱਕ ਬੇਨਤੀ ਕਰਦੇ ਹਾਂ, ਇਹਦੀ ਵਿਚਾਰਾਂ ਦੇ ਵਿੱਚ ਪੜਾਵ ਦਰ ਪੜਾਵ ਖਿਆਲ ਪ੍ਰਾਪਤ ਹੁੰਦੇ ਨੇ। ਕਿਉਂਕਿ ਇਹਦਾ ਭਾਵ ਸਿਰਫ ਕੁਝ ਦਿਨਾਂ ਤੱਕ ਸੀਮਿਤ ਨਹੀਂ ਹੈ। ਜਿਵੇਂ ਅਸੀਂ ਸੋਚ ਲੈਂਦੇ ਕਿ ਸ਼ਾਇਦ ਇਹ ਮਹੀਨੇ ਦੀ ਪੌੜੀ ਹੈ, ਦੇਖੋ ਜੀ ਆਹ ਮਹੀਨੇ ਦਾ ਬਚਨ ਸੁਣਾਇਆ ਪੜ੍ਹਿਆ, ਤੇ ਇਹਦਾ ਮਤਲਬ ਇਸ ਮਹੀਨੇ ਤੱਕ ਹੀ ਸੀਮਿਤ ਨਹੀਂ ਹੈ, ਇਹਦਾ ਮਤਲਬ ਜੀਵਨ ਹੈ। ਇਹ ਗੱਲ ਆਪਾਂ ਕਈ ਵਾਰ ਪਿੱਛੇ ਬਾਤ ਚੁੱਕੇ ਹਾਂ ਕਿ ਜਿੱਥੇ ਵੀ ਇਸ ਪਾਵਨ 12 ਮਾਹ ਦੀ ਪਾਵਨ ਬਾਣੀ ਦੇ ਵਿੱਚ ਮਹੀਨੇ ਦਾ ਸ਼ਬਦ ਵਰਤਿਆ ਜਾਂਦਾ ਹੈ, ਅੱਖਰੀ ਅਰਥ ਟੀਕਾਕਾਰੀ ਕੋਸ਼ਕਾਰੀ ਵਿੱਚ ਉਹਦਾ ਅਰਥ ਤੇ ਉਹੀ ਰਹਿਣਾ, ਉਹਨੂੰ ਤੁਸੀਂ ਬਦਲ ਨਹੀਂ ਸਕਦੇ ਨਾ, ਕਿ ਕਿਸੂ ਦਾ ਅਰਥ ਤੇ ਅਸੂ ਹੀ ਰਹਿਣਾ ਹੈ ਨਾ। ਪਰ ਜਿਕ ਸ਼ਬਦ ਸ਼ਕਤੀ ਸਾਨੂੰ ਕਰਤੇ ਨੇ ਹੋਰ ਦਿੱਤੀ ਹੈ ਨਾ, ਉਹਦਾ ਨਾਮ ਹੈ ਵਿਚਾਰ ਸ਼ਕਤੀ, ਜਿਹੜੀ ਵਸਤੂ ਦਿਸਣ ਵਾਲੀ ਦੇ ਅੱਗੇ ਜਾਣ ਦੀ ਕੋਸ਼ਿਸ਼ ਕਰਦੀ ਹੈ ਔਰ ਹਮੇਸ਼ਾ ਤਰੱਕੀ ਵਿਚਾਰ ਕਰਕੇ ਹੁੰਦੀ ਹੈ। ਜਿਹੜੇ ਸਾਹਿਤਿਕ ਮੰਡਲਾਂ 'ਚ ਪੜ੍ਹਦੇ ਨੇ ਉਸ ਨੂੰ ਵਿਲੱਖਣ ਸ਼ਕਤੀ ਕਹਿੰਦੇ ਨੇ। ਕਦੇ ਕਦੇ ਪੜ੍ਹਿਆ ਹੋਣਾ, ਦੇਖੋ ਜੀ ਕਿਸੇ ਬੱਚੇ 'ਚ ਬੜੀ ਵਿਲੱਖਣ ਪ੍ਰਤਿਭਾ ਹੈ, ਬੜਾ ਵਿਲੱਖਣ, ਬਹੁਤ ਸਿਆਣਾ ਹੈ, ਜ਼ਰਖੇਜ਼ ਹੈ, ਉਹ ਸਾਰਿਆਂ ਦੇ ਕੋਲ ਹੈਗੀ ਹੈ, ਪਰ ਅਸੀਂ ਉਹਦੀ ਕਦੇ ਸਦਵਰਤੋਂ ਹੀ ਨਹੀਂ ਕਰ ਪਾਏ। ਅਸੀਂ ਦੁਨੀਆ ਦੇ ਵਿੱਚ ਇੱਕ ਦੂਜੇ ਪ੍ਰਤੀ ਈਰਖਾ ਨਿੰਦਾ ਵਾਸਤੇ ਉਹਦੇ ਵਰਤੋਂ ਕਰ ਲੈਂਦੇ ਹਾਂ। ਦੇਖੋ ਜੀ ਮੈਂ ਉਹਦੇ ਭਾਵ ਨੂੰ ਪਕੜ ਲਿਆ, ਉਹਨੇ ਗੱਲ ਕੋਈ ਆਖੀ ਸੀ, ਉਹਦਾ ਮਤਲਬ ਕੋਈ ਹੋਰ ਸੀ। ਅਸੀਂ ਪਰਿਵਾਰਾਂ 'ਚ ਪਕੜਦੇ ਨਾ, ਅਗਲੇ ਦੀ ਚੰਗੀ ਕਹੀ ਹੋਈ ਗੱਲ ਦਾ ਵੀ ਗਲਤ ਮਤਲਬ ਕੱਢ ਲੈਂਦੇ, ਅਤੇ ਕਿੱਥੋਂ ਕੱਢਦੇ ਹਾਂ? ਸਾਡਾ ਦਿਮਾਗ ਉਪਜ ਦਿੰਦਾ ਨਾ, ਦੇਖੋ ਜੀ ਗੱਲ ਤੇ ਨੇ ਠੀਕ ਆਖੀ ਹੈ ਪਰ ਉਹਦਾ ਮਤਲਬ ਕੁਝ ਹੋਰ ਸੀ, ਤਾਨਾ ਮਾਰ ਗਿਆ ਸਾਨੂੰ। ਤਾਨੇ ਦਾ ਮਤਲਬ ਕੀ ਹੁੰਦਾ? ਸਹੀ ਗੱਲ ਕਹਿਣੀ ਪਰ ਟੋਨ ਵੱਖਰੀ ਹੁੰਦੀ ਹੈ, ਵੱਖਰੇ ਅੰਦਾਜ਼ ਵਿੱਚ ਸਹੀ ਗੱਲ ਕਹੀ ਜਾਂਦੀ ਹੈ, ਉਹਨੂੰ ਤਾਨਾ ਕਹਿੰਦੇ ਨੇ। ਪਰ ਇੱਥੇ ਗੁਰਬਾਣੀ 'ਚ ਐਸਾ ਕੁਛ ਵੀ ਨਹੀਂ ਗਾ, ਤਾਨੇ ਮਿਹਣੇ ਉਲਾਮੇ ਨਹੀਂ ਗੇ। ਬਸ ਅਸਾਂ ਤੇ ਅੱਖਰਾਂ ਦੇ ਅਰਥਾਂ ਤੋਂ ਪਾਰ ਜਾਣ ਦਾ ਯਤਨ ਕਰਨਾ ਹੈ, ਕਿਉਂਕਿ ਅੱਖਰਾਂ ਦੇ ਅਰਥਾਂ ਤੋਂ ਪਾਰ ਹੀ ਤੇ ਜੀਵਨ ਦਾ ਵਿਚਾਰ ਹੈ। ਜਿਵੇਂ ਇਹਨਾਂ ਕੱਪੜਿਆਂ ਤੋਂ ਪਾਰ, ਸਰੀਰ ਤੋਂ ਪਾਰ ਅਸੀਂ ਛੁਪੇ ਬੈਠੇ ਹਾਂ। ਕਿ ਅੱਜ ਤੱਕ ਇੱਕ ਦੂਜੇ ਨੂੰ ਵੇਖਿਆ ਜੇ? ਨਹੀਂ ਜਵਾਬ ਮਿਲੇਗਾ। ਕਿ ਅੱਜ ਤੱਕ ਅਸੀਂ ਆਪਣੇ ਆਪ ਨੂੰ ਵੇਖਿਆ? ਜਵਾਬ ਫਿਰ ਵੀ ਨਹੀਂ ਹੈ। ਤੇ ਅਸਾਂ ਕੀ ਵੇਖਿਆ ਹੈ ਭਾਈ? ਕੱਪੜੇ ਵੇਖੇ ਨੇ, ਆਪਣਾ ਚਿਹਰਾ ਮੂਹਰਾ ਵੇਖੇ ਹੈ, ਹੱਥ ਪੈਰ ਵੇਖੇ ਨੇ, ਕਿਸੇ ਦਾ ਰੰਗ ਕਾਲਾ ਹੈ ਤੇ ਕਿਸੇ ਦਾ ਗੋਰਾ ਹੈ, ਬਸ ਇੰਨਾ ਹੀ ਵੇਖਿਆ।
ਅਸੀਂ ਕੈਸੇ ਹਾਂ ਇਹ ਤੇ ਨਹੀਂ ਕਿਸੇ ਵੇਖਿਆ। ਅਸੀਂ ਆਪਣੇ ਆਪ ਨੂੰ ਵੇਖਣ ਦਾ ਯਤਨ ਕਰੀਏ। ਇਸ ਨੂੰ ਲੋਕ ਕਹਿੰਦੇ ਨੇ ਆਤਮ ਦਰਸ਼ਨ। ਔਰ ਆਤਮ ਦਰਸ਼ਨ ਕੋਈ ਕੰਧ ਚਿੱਤਰ ਥੋੜ੍ਹਾ ਕਿ ਅੱਖਾਂ ਮੀਟ ਕੇ ਦੇਖਾਂਗੇ। ਆਤਮ ਦਰਸ਼ਨ ਦਾ ਮਤਲਬ ਮੈਂ ਕਿਹੋ ਜਿਹਾ ਹਾਂ, ਮੇਰਾ ਆਪਣਾ ਸਰੂਪ ਕਿਹੋ ਜਿਹਾ ਹੈ, ਮੇਰੀ ਆਪਣੀ ਅਵਸਥਾ ਕਿਹੋ ਜਿਹੀ ਹੈ। ਅਤੇ ਸਾਡੀ ਅਵਸਥਾ ਅਸੀਂ ਕਿਸੇ ਹੋਰ ਦੇ ਨਜ਼ਰੀਏ ਤੋਂ ਵੇਖਾਂਗੇ ਤਾਂ ਸ਼ਾਇਦ ਭਰਮ ਭੁਲੇਖਾ ਜਿਹਾ ਬਣਿਆ ਰਹੇਗਾ। ਆਪਣੇ ਆਪ ਨੂੰ ਵੇਖਣ ਦਾ ਸਭ ਤੋਂ ਬਿਹਤਰੀਨ ਤਰੀਕਾ ਹੁੰਦਾ ਹੈ ਆਪਣੇ ਗੁਰੂ ਦੇ ਬਖਸ਼ੇ ਹੋਏ ਗਿਆਨ ਦੇ ਸਦਕੇ। ਜਿਵੇਂ ਆਪਣੇ ਘਰ ਵਿੱਚ ਆਪਣੇ ਚਿਹਰੇ ਨੂੰ ਵੇਖਣ ਦਾ ਸੁੰਦਰ ਤਰੀਕਾ ਹੁੰਦਾ ਹੈ, ਭਾਈ ਆਪਣੇ ਸ਼ੀਸ਼ੇ ਅੱਗੇ ਖੜ੍ਹੇ ਹੋ ਜਾਓ ਅਤੇ ਆਪਣਾ ਚਿਹਰਾ ਦੇਖ ਲਓ। ਲੋਕਾਂ ਨੇ ਆਪਣੇ ਘਰ ਆਦਮ ਕੱਦ ਸ਼ੀਸ਼ੇ ਲਾਏ ਹੋਏ ਨੇ ਵੀ ਆਪਣੇ ਸਰੂਪ ਬਣਤਰ ਪੂਰੀ ਡਰੈਸ ਨੂੰ ਦੇਖ ਲਓ। ਇਸੇ ਤਰ੍ਹਾਂ ਗੁਰੂਦੇਵ ਨੇ ਜੋ ਸ਼ੀਸ਼ਾ ਦਿੱਤਾ ਹੈ ਗਿਆਨ ਦਾ, ਆਪਣੇ ਆਪ ਨੂੰ ਗੁਰੂਦੇਵ ਦੇ ਗਿਆਨ ਰੂਪੀ ਸ਼ੀਸ਼ੇ ਦੇ ਸਾਹਮਣੇ ਲੈ ਆਓ। ਇਸੇ ਕਰਕੇ ਕਹਿੰਦੇ ਨਾ ਇਹ ਗੁਰਬਾਣੀ ਦਰਸ਼ਨ ਹੈ, ਗੁਰਬਾਣੀ ਦਰਪਣ ਹੈ। ਅਤੇ ਯਾਦ ਰੱਖਣਾ, ਜਿਉਂ-ਜਿਉਂ ਅੱਗੇ ਵੱਧਦੇ ਜਾਵਾਂਗੇ ਮਨ ਹੀ ਦਰਪਣ ਹੁੰਦਾ ਜਾਏਗਾ, ਮਨ ਹੀ ਸ਼ੀਸ਼ਾ ਹੁੰਦਾ ਜਾਏਗਾ, ਸ਼ੀਸ਼ੇ ਵਾਂਗ ਸ਼ੁੱਧ ਹੋ ਜਾਏਗਾ। ਅਤੇ ਸ਼ੁੱਧ ਸ਼ੀਸ਼ੇ ਵਿੱਚ ਅਸਲੀਅਤ ਵਿੱਚ ਕੁਛ ਵੀ ਨਹੀਂ ਹੁੰਦਾ, ਪਰ ਜੋ ਸਾਹਮਣੇ ਆ ਜਾਏ ਉਹਦੀ ਤਸਵੀਰ ਹੁੰਦੀ ਹੈ। ਅਸਾਂ ਹੀ ਬੇਨਤੀ ਕਰਦੇ, ਮਹਾਰਾਜ ਕਿਰਪਾ ਕਰੋ, ਸਾਡੀ ਹਾਲਾਤ, ਸਾਡੀ ਅਵਸਥਾ ਇਹ ਹੈ ਕਿ ਕਿਰਤ ਕਰਮ ਕੇ ਵਿਛੁੜੇ, ਕਰ ਕਿਰਪਾ ਮਿਲ ਹੋ ਰਾਮ। ਹੇ ਸੱਚੇ ਪਾਤਸ਼ਾਹ, ਆ ਜੀਵਨ ਆਪਨੇ ਬਖਸ਼ਿਸ਼ ਕੀਤਾ ਹੈ, ਇਸ ਜੀਵਨ ਦੇ ਵਿੱਚ ਕਿਰਤ ਕਰਦਿਆਂ ਕੁਝ ਕਰਮ ਹੋ ਗਏ। ਹਰ ਵਿਅਕਤੀ ਤੋਂ ਕਿਰਤ ਕਰਦਿਆਂ ਕਰਮ ਹੁੰਦੇ ਨੇ। ਕਿਰਤ ਕਰਦਿਆਂ ਰੋਜ਼ੀ ਰੋਟੀ ਵਾਸਤੇ, ਅਤੇ ਕਰਮ ਹੁੰਦਾ ਚੰਗਾ ਅਤੇ ਮੰਦਾ। ਅਕਸਰ ਗਾਹੇ ਬਗਾਹੇ ਸਾਡੇ ਸਾਰਿਆਂ ਤੋਂ ਕਿਰਤ ਕਰਦਿਆਂ ਲਾਲਚ ਅੰਦਰ ਚੱਲਦਾ ਹੀ। ਇਹ 'ਚ ਕੋਈ ਪੱਕੀ ਗੱਲ ਹੈ ਕਿ ਹਰ ਕਿਰਤੀ ਦੇ ਅੰਦਰ ਇੱਕ ਲੈਵਲ ਤੱਕ ਲਾਲਚ ਹੁੰਦਾ, ਕਿਉਂਕਿ ਲਾਲਚ ਵੀ ਕਰਤੇ ਦੀ ਬਣਾਈ ਹੋਈ ਉਸ ਬਿਹਤਰੀਨ ਰਚਨਾ ਦਾ ਇੱਕ ਬਹੁਤ ਬਾਰੀਕ ਅੰਗ ਹੈ, ਜਿਹਨੂੰ ਅਸੀਂ ਵਿਕਾਰ ਕਹਿੰਦੇ ਹਾਂ। ਵਿਕਾਰ ਵੀ ਇੱਕ ਹਿੱਸਾ ਹੈ ਜੀਵਨ ਦਾ, ਔਰ ਸਾਨੂੰ ਇਹ ਸਮਝ ਲੈਣਾ, ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਲਾਲਚ ਵੀ ਸਾਡੇ ਜੀਵਨ ਦਾ ਇੱਕ ਅੰਗ ਹੈ। ਹਾਂ, ਇਹ ਗੱਲ ਵੱਖਰੀ ਕਿ ਲਾਲਚ 'ਤੇ ਕੰਟਰੋਲ ਹੋਣਾ ਚਾਹੀਦਾ, ਸੀਮਾਵਾਂ ਹੋਣੀਆਂ ਚਾਹੀਦੀਆਂ ਨੇ। ਇਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਇਹ ਸਾਰੇ ਜ਼ਰੀਏ ਸਰੀਰ ਦੇ ਨਾਲ ਨੇ ਸੰਬੰਧਿਤ, ਮਨ ਦੇ ਸੰਬੰਧਕ ਨੇ, ਅਤੇ ਸਾਡੇ ਸੂਖਸ਼ਮ ਸਰੀਰ ਦੇ ਜ਼ਰੂਰੀ ਅੰਗ ਨੇ। ਜਿਵੇਂ ਬਾਹਰਲੇ ਸਰੀਰ ਦੇ ਅੰਗ ਅਸੀਂ ਦੇਖਦੇ ਹਾਂ, ਪੌਣ ਪਾਣੀ ਹੈ, ਮਿੱਟੀ ਹੈ, ਇਹ 5 ਤੱਤ ਨੇ ਨਾ। ਇਵੇਂ ਅੰਦਰਲੇ ਸਰੀਰ ਦੇ 25 ਪ੍ਰਕਾਰ ਦੀਆਂ ਪ੍ਰਕਿਰਤੀਆਂ ਵਿੱਚ ਜੋ 17 ਪ੍ਰਕਾਰ ਦੇ ਸਾਡੇ ਦੇ ਦਰੰਗ ਨੇ, ਉਹਨਾਂ ਵਿੱਚੋਂ ਇਹ 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਹਿੱਸਾ ਵੀ ਹੈ। ਕਿਉਂਕਿ ਇਹ ਤੋਂ ਬਿਨਾਂ ਤਾਂ ਜੀਵਨ ਚੱਲਦਾ ਹੀ ਨਹੀਂ ਨਾ। ਇਸ ਤਰ੍ਹਾਂ ਸਤ, ਸੰਤੋਖ, ਦਇਆ, ਧਰਮ ਦਾ ਹਿੱਸਾ ਵੀ ਆ। ਇਹਨਾਂ ਸਾਰਿਆਂ ਦੇ ਹਿੱਸੇ ਨੇ, ਇਹ ਤੋਂ ਬਿਨਾਂ ਨਹੀਂ ਸੀ ਚੱਲ ਪਾਵਾਂਗੇ। ਫਿਰ ਲਾਲਚ ਕੈਸਾ ਹੋਵੇ, ਇਹ ਸਮਝਣ ਦੀ ਜ਼ਰੂਰਤ ਹੈ, ਔਰ ਇਹੀ ਗੁਰਬਾਣੀ ਸਮਝਾਉਂਦੀ ਹੈ। ਇੱਕ ਬੜਾ ਪਿਆਰਾ ਬਚਨ ਭਗਤਾਂ ਦੇ ਨਾਮ 'ਤੇ ਆਪਾਂ ਗੁਰਬਾਣੀ 'ਚੋਂ ਪੜ੍ਹਦੇ ਹੁੰਦੇ ਹਾਂ। ਬਹੁਤ ਵਡੇਰੇ ਬਜ਼ੁਰਗ ਭਗਤ ਨਾਮਦੇਵ ਜੀ ਦਾ ਬਚਨ ਹੈ। ਕਹਿਣ ਲੱਗੇ, ਮਨ ਮੇਰੋ ਗਜ, ਜਿਹਬਾ ਮੇਰੀ ਕਾਤੀ, ਮੱਪ ਮੱਪ ਕਾਟੋਂ ਜਮ ਕੀ ਫਾਂਸੀ। ਮੈਂ ਆਪਣੇ ਮਨ ਨੂੰ ਗੱਜ ਬਣਾ ਲਿਆ। ਜਿਵੇਂ ਕੱਪੜਾ ਨਾਪਣ ਵਾਲੇ ਵੇਖੀਦਾ ਨਾ, ਉਹ ਗੱਜ ਦੇ ਨਾਲ ਕੱਪੜਾ ਨਾਪ ਕੇ ਸਾਨੂੰ ਦਿੰਦੇ ਨੇ। ਸਾਨੂੰ ਜਿਤਨਾ ਜ਼ਰੂਰਤ ਹੁੰਦਾ ਹੈ ਉਤਨਾ ਕੱਟ ਦਿੰਦੇ ਨੇ, ਅਤੇ ਜਿਤਨੀ ਜ਼ਰੂਰਤ ਨਹੀਂ ਹੁੰਦੀ ਬਾਕੀ ਠੱਪ ਕੇ ਰੱਖ ਦਿੰਦੇ ਨੇ। ਕਿਉਂਕਿ ਨਾਮਦੇਵ ਜੀ ਦਾ ਜੋ ਜੀਵਨ ਸਾਰਾ ਉਹ ਕੱਪੜਿਆਂ ਦੇ ਵਿੱਚ ਉਲਝਿਆ ਹੋਇਆ, ਕੱਪੜੇ ਸਿਉਣੇ, ਕੱਪੜੇ ਰੰਗਣੇ, ਕੱਪੜੇ, ਇਸ ਕਰਕੇ ਉਹ ਤਜਰਬੇ ਅਤੇ ਉਦਾਹਰਣ ਵੀ ਉਹੀ ਦੇਣਗੇ। ਅਸੀਂ ਆ ਜਿਹੜੇ ਕੱਪੜੇ ਸਾਡੇ ਸਿਉਂ ਕੇ ਦਿੰਦੇ ਨੇ, ਉਹਨਾਂ ਨੂੰ ਦੇਖੇ, ਉਹ ਨਾਪਦੇ ਨੇ, ਜਿਤਨਾ ਸਾਡੇ ਸਰੀਰ ਦੇ ਬਣਤਰ ਮੁਤਾਬਕ ਚਾਹੀਦਾ ਹੁੰਦਾ ਓਨਾ ਕੱਟ ਲੈਂਦੇ ਨੇ, ਅਤੇ ਜਿਤਨਾ ਸਾਡੇ ਸਰੀਰ ਦੀ ਬਣਤਰ ਤੋਂ ਕੱਪੜਾ ਵੱਧ ਹੁੰਦਾ ਹੈ, ਭਾਵੇਂ ਸਾਡੇ ਵੱਲੋਂ ਕਿਤਨਾ ਮਹਿੰਗਾ ਖਰੀਦਿਆ ਗਿਆ, ਉਹ ਕੱਟ ਕੇ ਸੁੱਟ ਦਿੰਦਾ। ਵੇਖਿਆ ਹੋਣਾ ਉਹਨਾਂ ਦੇ ਜੋ ਡਸਟਬਿਨ ਨੇ ਜਾਂ ਉਹਨਾਂ ਦੇ 'ਤੇ ਕਤਰਨਾਂ ਪਈਆਂ ਹੁੰਦੀਆਂ ਨੇ, ਵੇਖਣਾ ਕਿਤੇ ਕੀਮਤੀ ਤੋਂ ਕੀਮਤੀ ਕੱਪੜਿਆਂ ਦੇ ਟੋਟੇ ਉੱਥੇ ਫਾਲਤੂ ਪਏ ਨੇ,
ਅਗਲਾ ਕਹੇਗਾ ਜੀ ਮੈਂ ਤੇ 10,000 ਰੁਪਏ ਦਾ ਕੱਪੜਾ ਆਂਦਾ ਸੀ, ਤੂੰ ਕੱਟਿਆ ਕਿਉਂ ਹੈ? ਉਹ ਕਹੇਗਾ ਜੀ ਤੇਰੇ ਫਿੱਟ ਨਹੀਂ ਸੀ ਆਂਦਾ। ਮੇਰਾ ਮਤਲਬ ਸਿਰਫ ਉਤਨਾ ਹੈ ਜੋ ਤੇਰੇ ਤਨ ਦੇ ਬਣਤਰ ਦੇ ਵਿੱਚ ਆਵੇ, ਬਸ। ਇਹ ਤੋਂ ਫਾਲਤੂ ਮੈਨੂੰ ਨਹੀਂ ਚਾਹੀਦਾ। ਤੂੰ ਭਾਵੇਂ ਲੱਖਾਂ ਦਾ ਲੈ ਕੇ ਆ ਜਾ, ਆਪਣੇ ਘਰ ਲੈ ਜਾ, ਮੈਨੂੰ ਸਿਰਫ ਉਤਨਾ ਹੀ ਚਾਹੀਦਾ ਹੈ ਜਿਤਨਾ ਤੇਰੀ ਪੋਸ਼ਾਕ ਕੁਝ ਫਿੱਟ ਆ ਜਾਏ। ਤੇ ਕਹਿੰਦੇ ਫਿਰ ਕੀ ਕਰੀਏ? ਆ ਸਾਰੇ ਜਿਤਨੇ ਤੱਤ ਵਿਚਾਰ ਨੇ ਸਾਨੂੰ ਉਤਨੇ ਹੀ ਚਾਹੀਦੇ ਨੇ ਜਿਤਨੇ ਸਾਡੇ ਜੀਵਨ ਦੀ ਬਣਤਰ ਦੇ ਵਿੱਚ ਫਿੱਟ ਆਉਂਦੇ ਨੇ, ਬਸ। ਇਹ ਤੋਂ ਵੱਧ ਕੱਟ ਦਿੱਤੇ ਜਾਂਦੇ ਨੇ। ਤੇ ਭਗਤ ਕਹਿੰਦੇ ਨੇ ਕਿੱਦਾਂ ਕੱਟਦੇ ਹੋ? ਮਨ ਦੇ ਗੱਜ ਦੇ ਨਾਲ। ਮਨ ਮੇਰੋ ਗੱਜ, ਜਿਹਬਾ ਮੇਰੀ ਕਾਤੀ। ਮਨ ਨਾ ਨਾਪ ਲਿਆ, ਮੈਨੂੰ ਲਾਲਚ ਕਿਤਨਾ ਚਾਹੀਦਾ ਹੈ। ਇਹ ਬੜੀਆਂ ਬਾਰੀਕ ਜਿਹੀਆਂ ਗੱਲਾਂ ਕਿਤੇ ਠਹਿਰ ਕੇ ਵਿਚਾਰਾਂਗੇ। ਲਾਲਚ ਵੀ ਇੱਕ ਜ਼ਰੂਰੀ ਚੀਜ਼ ਹੈ। ਕ੍ਰੋਧ ਵੀ ਇੱਕ ਥਾਂ ਜ਼ਰੂਰੀ ਵਰਤਿਆ ਜਾਂਦਾ ਹੈ। ਮੋਹ ਵੀ ਜ਼ਰੂਰੀ ਸੀਮਾਵਾਂ ਤੱਕ ਹੁੰਦਾ ਹੈ। ਹੰਕਾਰ ਵੀ ਹੁੰਦਾ ਹੈ। ਪਰ ਜਦੋਂ ਇਹਨੂੰ ਅਸੀਂ ਸਹੀ ਵਰਤੋਂ ਕਰਦੇ ਹਾਂ ਤਾਂ ਇਹਨਾਂ ਦਾ ਦਰਸ਼ਨ ਬਦਲ ਜਾਂਦਾ ਹੈ। ਅਤੇ ਜਦੋਂ ਅਸੀਂ ਇਹਨਾਂ ਦੀ ਗਲਤ ਵਰਤੋਂ ਕਰਦੇ ਹਾਂ ਇਹਨਾਂ ਦਾ ਦਰਸ਼ਨ ਬਦਲ ਜਾਂਦਾ ਹੈ। ਇਸ ਕਰਕੇ ਹਰ ਚੀਜ਼, ਹੁਣ ਸਾਨੂੰ ਪਿਆਸ ਲੱਗਦੀ ਹੈ ਅਤੇ ਸਾਨੂੰ ਪਾਣੀ ਚਾਹੀਦਾ ਹੈ ਨਾ। ਇਹਦਾ ਮਤਲਬ ਪਾਣੀ ਦੀ ਇੱਛਾ ਪ੍ਰਗਟ ਹੋ ਰਹੀ ਹੈ। ਅਤੇ ਜਦੋਂ ਵੀ ਕਿਸੇ ਵਸਤੂ ਨੂੰ ਪ੍ਰਾਪਤ ਕਰਨ ਦੀ ਇੱਛਾ ਪ੍ਰਗਟ ਹੋ ਰਹੀ ਹੈ ਔਰ ਉਸੇ ਨੂੰ ਹੀ ਆਪਣੇ ਕੋਲ ਰੱਖਣ ਦੀ ਇੱਛਾ ਪ੍ਰਗਟ ਹੋ ਰਹੀ ਹੈ, ਇਹੀ ਤਾਂ ਲਾਲਚ ਹੈ। ਕਿ ਪਾਣੀ ਪੀ ਲਿਆ ਭਾਈ, ਬੋਤਲ 'ਚ ਪਾ ਕੇ ਰੱਖ ਲਓ, ਫਿਰ 2 ਘੰਟੇ ਬਾਅਦ ਪਿਆਸ ਲੱਗੇਗੀ, ਫਿਰ ਪੀਣਾ ਹੈ, ਇਹੀ ਤਾਂ ਲਾਲਚ ਹੈ। ਪਰ ਇੰਨਾ ਕੁ ਲਾਲਚ ਤਾਂ ਸਾਰਿਆਂ ਨੇ ਕਰਨਾ ਹੈ ਨਾ ਵੀ ਭਾਈ ਹੁਣ ਜੀ ਰਹੇ ਹਾਂ, ਜਿਉਣਾ ਹੈ ਨਾ। ਆ ਪਿਆਸ ਹੈ ਨਾ, ਮਨ ਤਨ ਪਿਆਸ ਦਰਸ਼ਨ ਕਰਨੀ ਮੇਰੇ ਅੰਦਰ ਲੱਗ ਜੇ, ਫਿਰ ਮੰਗ ਹੈ ਤੇਰੇ ਦਰਸ਼ਨ ਹੋਏ, ਤੇਰੇ ਦਰਸ਼ਨ ਹੋਵਣ, ਇਹ ਵੀ ਤਾਂ ਇੱਕ ਲਾਲਚ ਹੈ। ਬਸ ਇਹ ਦੇਖਣਾ, ਲਾਲਚ ਨੂੰ ਸ਼ੁੱਧ ਕਰਨਾ ਹੈ। ਅਸਾਂ ਲਾਲਚ ਕਿਹਦਾ ਕਰਨਾ? ਭਗਤ ਭਗਤੀ ਦਾ ਲਾਲਚ ਕਰ ਲੈਂਦਾ ਹੈ। ਜਿਵੇਂ ਸਾਡੇ ਤੁਹਾਡੇ ਵਰਗਾ ਆਮ ਜੀ ਪੈਸਿਆਂ ਦਾ ਲਾਲਚ ਕਰ ਲੈਂਦਾ ਹੈ। ਜਿਨ੍ਹਾਂ ਨੂੰ ਸਮਝ ਆ ਗਈ ਹੈ, ਸੰਤ ਭਗਤ ਨੇ, ਗੁਰਮੁਖ ਜਨ ਨੇ, ਉਹ ਸਿਮਰਨ ਦਾ ਲਾਲਚ ਕਰ ਲੈਂਦੇ ਨੇ। ਉਹ ਕਹਿੰਦੇ ਨੇ ਕੋਈ ਗੱਲ ਨਹੀਂ ਭਾਈ, 5-7 ਮਿੰਟ ਹੋਰ ਬਹਿ ਜਾਓ, ਥੋੜ੍ਹਾ ਜਿਹਾ ਹੋਰ ਲਾਹਾ ਮਿਲ ਜਾਏਗਾ। ਉਹ ਵੇਖਿਆ ਹੋਣਾ ਹੈ, ਕੋਈ ਜੀ ਬਾਹਰ ਉਡੀਕ ਰਿਹਾ ਹੈ, ਉਹ ਫਿਰ 5 ਮਿੰਟ ਇੱਥੇ ਬੈਠ ਜਾਂਦਾ ਹੈ। ਇਹ ਲਾਲਚ ਹੈ। ਲਾਲਚ ਵਾਲੀ ਜੋ ਕਲਾ ਹੈ ਨਾ ਕਰਤੇ ਦੀ, ਉਸ ਨੂੰ ਉਸਨੇ ਪੂਰਾ ਸ਼ੁੱਧ ਕਰਕੇ ਸਹੀ ਥਾਂ 'ਤੇ ਟੈਗ ਕਰ ਦਿੱਤਾ ਹੈ। ਅਸੀਂ ਜਿੱਥੇ 2 ਰੁਪਈਏ ਵੱਧ ਹੁਣ ਅਸੀਂ ਉੱਥੇ ਲਾਲਚ ਕਰਦੇ ਹਾਂ। ਆ ਵੇਖਿਆ ਹੋਣਾ ਕਿਰਤ ਕਰਮ ਵਾਲੇ ਵਿਅਕਤੀਆਂ ਨੂੰ, ਜੇ ਪਤਾ ਹੋਵੇ ਨਾ ਹਰ ਅੱਧੇ ਘੰਟੇ ਦਾ ਵੀ ਪੇਮੈਂਟ ਮਿਲ ਜਾਂਦਾ ਏ, ਅਤੇ ਅਗਲਾ ਕੀ ਕਹਿੰਦਾ ਜੀ ਕੋਈ ਨਹੀਂ 8 ਘੰਟੇ ਤਾਂ ਅੱਧਾ ਘੰਟਾ ਹੋਰ ਲੱਗ ਜਾਏ, ਕੀ ਫਰਕ ਪੈਂਦਾ? ਆ ਲੋਕ ਓਵਰ ਟਾਈਮ ਲਾਉਂਦੇ ਨਾ। ਇੱਕ ਦੋਸ਼ ਲੱਗਦਾ ਨਾ ਸਰਕਾਰੀ ਮਹਿਕਮੇ ਦੇ ਕੁਝ ਹਿੱਸਿਆਂ 'ਤੇ, ਦੇਖੋ ਜੀ ਜਿੰਨਾ ਕੋਈ ਲੇਟ ਕਰ ਦੇਣਗੇ ਇਹਨਾਂ ਦਾ ਤਾਂ DATA ਵੱਧ ਜਾਣਾ, ਲਾਲਚ ਵੱਧ ਜਾਂਦਾ। ਠੀਕ ਹੈ, ਉਹ ਤਾਂ ਦੋਸ਼ ਲੱਗਦਾ ਹੈ ਨਾ। ਪਰ ਕੀ ਸਾਨੂੰ ਪਤਾ ਹੈ ਅਸੀਂ ਵੀ ਲਾਲਚ ਕਰਿਆ ਕਰੀਏ, ਪਰ ਲਾਲਚ ਸਹੀ ਢੰਗ 'ਤੇ ਸਹੀ ਥਾਂ 'ਤੇ ਕਰਿਆ ਕਰੀਏ। ਬਸ ਉਹਨਾਂ ਚੀਜ਼ਾਂ ਦੀ ਹੌਲੀ ਹੌਲੀ ਸਮਝ ਆ ਜਾਏ। ਸਾਡੇ ਤੋਂ ਸੱਚੇ ਪਾਤਸ਼ਾਹ ਕਿਰਤ ਕਰਦਿਆਂ ਕੁਝ ਇਹੋ ਜਿਹੇ ਲਾਲਚ ਦੇ ਵੱਖਰੇ ਕਰਮ ਹੋ ਗਏ ਨੇ, ਨਤੀਜਨ ਤੁਹਾਡੇ ਦਰ 'ਤੇ ਪ੍ਰਵੇਸ਼ ਨਹੀਂ ਮਿਲ ਪਾ ਰਿਹਾ। ਅਸੀਂ ਚਾਹੁੰਦੇ ਹਾਂ ਕਿ ਮਹਾਰਾਜ ਤੁਹਾਡੇ ਦਰ 'ਤੇ ਦਾਖਲਾ ਮਿਲ ਜਾਏ, ਸਾਨੂੰ ਤੁਹਾਡੇ ਘਰ ਥਾਂ ਮਿਲ ਜਾਏ, ਤੁਹਾਡੇ ਘਰ ਟਿਕਾਣਾ ਮਿਲ ਜਾਏ। ਜਿਵੇਂ ਪੁਰਾਣੀ ਸਾਖੀਆਂ 'ਚੋਂ ਪੜ੍ਹਦੇ ਆ ਨਾ, ਭਾਈ ਡੱਲਾ ਜੀ ਨੇ ਕਿਹਾ ਸੀ ਮਹਾਰਾਜ ਤੁਹਾਡਾ ਦਰਬਾਰ ਬੜਾ ਸੋਹਣਾ ਹੈ। ਮਹਾਰਾਜ ਇਸ ਕੇ ਕਹਿਣ ਲੱਗੇ ਦੇਖਦੇ ਹੀ ਹੋ ਨਾ। ਕਹਿਣ ਲੱਗੇ ਮਹਾਰਾਜ ਇਹ ਤਾਂ ਸੋਹਣਾ ਹੈ ਹੀ ਹੈ, ਰੂਹਾਨੀ ਮੰਡਲ ਦਾ ਤੁਹਾਡਾ ਦਰਬਾਰ ਬਹੁਤ ਸੋਹਣਾ ਹੋਏਗਾ ਨਾ। ਮਹਾਰਾਜ ਕਹਿਣ ਲੱਗੇ ਹਾਂ। ਕਹਿਣ ਲੱਗੇ ਮਹਾਰਾਜ ਫਿਰ ਪੀੜ੍ਹੀ ਜਿੰਨਾ ਥਾਂ ਮੈਨੂੰ ਵੀ ਦੇ ਦਿਓ, ਇਸ ਦਰਬਾਰ ਵਿੱਚ ਤੁਹਾਡੇ ਚਰਨਾਂ 'ਚ ਪੀੜ੍ਹੀ ਜਿੰਨਾ ਥਾਂ ਮੈਨੂੰ ਵੀ ਦੇ ਦਿਓ। ਅਤੇ ਮਹਾਰਾਜ ਨੇ ਕੀ ਕਿਹਾ ਕਿ ਮੇਰੀ ਆਗਿਆ? ਕਹਿਣ ਲੱਗੇ ਨਹੀਂ, ਆਪਣੇ ਆਪ ਨੂੰ ਕਿਸੇ ਸਿਸਟਮ ਦੇ ਵਿੱਚ ਲੈ ਕੇ ਆਓ। ਅੱਜ ਨੂੰ ਅਸੀਂ ਪੰਚਾਂ ਤੋਂ ਅੰਮ੍ਰਿਤ ਛਕਣ ਦੀ ਗੱਲ ਕਰਦੇ ਹਾਂ, ਉਹ ਆਪਣੇ ਆਪ ਨੂੰ ਕਿਸੇ ਸਿਸਟਮ ਦੇ ਵਿੱਚ ਲੈ ਕੇ ਆ। ਜਦੋਂ ਤੱਕ ਕੋਈ ਮਨੁੱਖ ਕਿਸੇ ਸਿਸਟਮ ਨੂੰ ਫਾਲੋ ਨਹੀਂ ਕਰਦਾ, ਉਹਨਾਂ ਚਿਰ ਤੱਕ ਉਹ ਕਿਧਰੇ ਵੀ ਤਰੱਕੀ ਨਹੀਂ ਕਰ ਸਕਦਾ। ਵਿਦਿਆਰਥੀ ਬੱਚੇ ਵੀ ਉਹੀ ਟੌਪਰ ਹੁੰਦੇ ਨੇ ਜੋ ਐਜੂਕੇਸ਼ਨ ਦੇ ਸਿਸਟਮ ਨੂੰ ਫਾਲੋ ਕਰਦੇ ਨੇ। ਕਿਤੇ ਵੀ ਦੁਨੀਆ ਦੇ ਕਿਤਨੇ ਵੀ ਖਿੱਤੇ ਹੋਣਗੇ, ਵਪਾਰੀ ਵੀ ਤਾਂ ਹੀ ਤਰੱਕੀ ਕਰਦਾ ਜੋ ਵਪਾਰ ਦੇ ਸਿਸਟਮ ਨੂੰ ਫਾਲੋ ਕਰਦਾ ਹੈ। ਅਤੇ ਜੇ ਕਹੇ ਜੀ ਮੈਂ ਤਾਂ ਨਹੀਂ ਮੰਨਦਾ, ਮਰਜ਼ੀ ਨਾਲ ਦੁਕਾਨ ਖੋਲੂੰਗਾ,
ਮਰਜ਼ੀ ਨਾਲ ਬੰਦ ਕਰ ਦੇਵਾਂਗਾ ਤੇ ਭਾਈ ਤੇਰੀ ਮਰਜ਼ੀ ਥੋੜ੍ਹਾ ਚੱਲਦੀ ਹੈ। ਤੈਨੂੰ ਤੇ ਗਾਹਕਾਂ ਦੇ ਮਤਲਬ ਨਾਲ ਚੱਲਣਾ ਨਾ, ਤੈਨੂੰ ਤੇ ਸਰਕਾਰ ਦਾ ਜੋ ਸਿਸਟਮ ਸਮਾਜ ਦਾ ਬਣਿਆ ਦਾ ਉਹਦੇ ਮੁਤਾਬਕ ਚੱਲਣਾ ਨਾ, ਤਾਂ ਗੱਲ ਬਣੇਗੀ। ਹਰ ਚੀਜ਼ ਦਾ ਇੱਕ ਆਪਣਾ ਨਿਯਮ ਹੈ, ਇੱਕ ਤਰੀਕਾ ਹੈ, ਉਸ ਨੂੰ ਅਸੀਂ ਅਪਣਾਉਣਾ। ਆਖਰੀ ਅਰਥ ਜਿੱਥੇ ਵੀ ਮਹੀਨਾ ਸ਼ਬਦ ਵਰਤ, ਜਿਵੇਂ ਅਸੁਨ ਹੈ, ਅਸ਼ ਤੋਂ ਕਹਿੰਦਾ ਅਸੁਨ ਪ੍ਰੇਮ ਉਮਾਹੜਾ। ਅੱਸੂ ਦੇ ਮਹੀਨੇ ਵਿੱਚ ਪ੍ਰੇਮ ਦਾ ਉਤਸ਼ਾਹ ਪੈਦਾ ਹੁੰਦਾ ਹੈ। ਠੀਕ ਹੈ ਭਾਈ, ਰੁੱਤ ਬਦਲ ਰਹੀ ਹੈ, ਗਰਮੀ ਘਟ ਰਹੀ ਹੈ, ਭਾਦਰੋਂ ਦੀ ਜੋ ਤਪਸ਼ ਸੀ, ਉਮਸ ਸੀ, ਉਹ ਘਟਦੀ ਜਾਂਦੀ ਹੈ। ਸਮੇਂ ਦੇ ਮੁਤਾਬਕ ਜੋ ਭਾਦਰੋਂ ਦੇ ਚਮਾਸੇ ਅਤੇ ਸ਼ਰਾਟੇ ਸਨ, ਉਹ ਦੋਨੋਂ ਹਟਦੇ ਜਾਂਦੇ ਨੇ। ਮੌਸਮ ਸੁਹਾਵਣਾ ਹੁੰਦਾ ਜਾਂਦਾ ਹੈ, ਸਵੇਰੇ ਸ਼ਾਮ ਚੰਗਾ ਲੱਗਣ ਲੱਗ ਪਏ। ਹੁਣ ਚੰਗਾ ਹੈ ਨਾ, ਇਹਦੇ ਨਾਲ ਜਿੱਥੇ ਤਨ ਨੂੰ ਚੰਗਾ ਲੱਗਦਾ ਹੈ ਅਤੇ ਸਾਰੇ ਮੰਨਦੇ ਨੇ ਜਦੋਂ ਤਨ ਸੁਖਾਵਾਂ ਹੁੰਦਾ ਹੈ ਅਤੇ ਮਨ ਵੀ ਉਦੋਂ ਸ਼ਾਂਤ ਹੋਣ ਲੱਗ ਪੈਂਦਾ ਹੈ। ਉਦੋਂ ਮਨ ਵਿੱਚ ਕੋਈ ਪ੍ਰੇਮ ਅਤੇ ਭਾਵ ਦੀ ਗੱਲ ਉਪਜ ਸਕਦੀ ਹੈ। ਤਨ ਸੁਖਾਵਾਂ ਨਾ ਹੋਵੇ ਅਤੇ ਮਨ ਵਿੱਚ ਕ੍ਰੋਧ ਅਤੇ ਈਰਖਾ ਦੇ ਭਾਵ ਪੈਦਾ ਹੁੰਦੇ ਨੇ। ਔਰ ਤਕਰੀਬਨ ਸਾਰੇ ਜਿਹੜੇ ਮਨੋਵਿਗਿਆਨ ਪੜ੍ਹਦੇ ਨੇ, ਆਪ ਜੋ ਜਿਹੜੇ ਦਰਸ਼ਨ ਅਤੇ ਮਨੋਵਿਗਿਆਨ ਦੇ ਅਧਿਆਪਕ ਰਹੇ ਹੋ, ਵਿਦਿਆਰਥੀ ਹੋ, ਜਾਣਦੇ ਹੋਗੇ, ਜਿੱਥੇ ਤਨ ਦਾ ਮਾਹੌਲ ਅਣਸੁਖਾਵਾਂ ਹੋਏਗਾ, ਅਨਕੰਫਰਟੇਬਲ ਬੈਠੇ ਹੋ, ਉੱਥੇ ਤੁਹਾਡੇ ਮਨ ਵਿੱਚ ਕ੍ਰੋਧ ਆਏਗਾ, ਉੱਥੇ ਤੁਹਾਡੇ ਮਨ ਵਿੱਚ ਈਰਖਾ, ਕਾਮ, ਕ੍ਰੋਧ ਇਹ ਭਟਕੇਗਾ, ਮਨ ਵਿੱਚ ਬੇਚੈਨੀਆਂ ਪੈਦਾ ਹੋਣਗੀਆਂ, ਨੈਗੇਟਿਵਿਟੀ ਪੈਦਾ ਹੋਏਗੀ। ਮਾਹੌਲ ਸੁਖਾਵਾਂ ਹੈ, ਸੁਗੰਧਿਤ ਹੈ, ਉੱਥੇ ਮਨ ਸ਼ਾਂਤ ਹੋ ਜਾਏਗਾ, ਪੋਜ਼ਿਟਿਵਿਟੀ ਆਏਗੀ। ਇਸੇ ਕਰਕੇ ਤਕਰੀਬਨ ਹਰ ਧਰਮ ਦਾ ਜੋ ਧਾਰਮਿਕ ਸਥਾਨ ਹੈ, ਉਸ ਨੂੰ ਠੰਡਾ ਅਤੇ ਸੁਗੰਧਿਤ ਬਣਾਇਆ ਜਾਂਦਾ ਹੈ। ਭਾਵੇਂ ਕਿਸੇ ਵੀ ਧਰਮ ਸਥਾਨ ਦੀ ਦਰਸ਼ਨ ਦੇ ਬਾਹਰਲੇ ਪੱਖ ਨੂੰ ਸਮਝ ਕੇ ਦੇਖਣਾ, ਭਾਵੇਂ ਕਿਸੇ ਮੰਦਰ ਜਾ ਕੇ ਦੇਖੋ। ਠੀਕ ਹੈ, ਸਾਨੂੰ ਮਸੀਤ 'ਚ ਕਦੇ ਜਾਣ ਦਾ ਮੌਕਾ ਨਾ ਮਿਲਣਾ ਹੈ ਕਿਉਂਕਿ ਤੇ ਅਲਾਉਡ ਹੀ ਨਹੀਂ ਹੈ। ਚਰਚ ਵਿੱਚ ਜਾ ਕੇ ਦੇਖੇ, ਹਲਕੀਆਂ ਮੋਮਬੱਤੀਆਂ ਜਗਦੀਆਂ ਪਏ ਨੇ, ਸੁਗੰਧ ਜਗਦੀ ਪਈ ਹੈ। ਮੰਦਰਾਂ 'ਚ ਜਾ ਕੇ ਦੇਖਿਆ ਕਿ ਉਹਦਾ ਦੀਪਕ ਜਗਦਾ ਪਿਆ, ਸੁਗੰਧ ਧੂਪ ਧੁਖਦਾ ਪਿਆ। ਇਹ ਠੀਕ ਹੈ, ਅਸੀਂ ਇੱਥੇ ਹੁਣ ਸੁਗੰਧ ਧੂਪ ਨਹੀਂ ਧੁਖਾਉਂਦੇ, ਸਮੇਂ ਦੇ ਮੁਤਾਬਕ ਬਦਲਾਵ ਹੈ, ਲੇਕਿਨ ਹਰ ਧਾਰਮਿਕ ਮੁਕਾਮ ਦੀ ਇੱਕ ਬਾਹਰਲੀ ਮੰਗ ਹੈ ਕਿ ਭਾਈ ਇਹ ਠੰਡਾ ਹੋਵੇ, ਇਹ ਸੁਗੰਧਿਤ ਹੋਵੇ। ਸਾਨੂੰ ਵੀ ਐਸਾ ਕਰਨਾ ਪੈਂਦਾ, ਸੁਗੰਧਿਤ ਕਰਨਾ ਪਏਗਾ, ਠੰਡਾ ਕਰਨਾ ਪਏਗਾ। ਐਸੀ ਕਿਉਂ ਚਲਾਉਂਦੇ ਹੋ? ਤਾਂ ਕਿ ਮਾਹੌਲ ਸੁਖਾਵਾਂ ਬਣ ਸਕੇ, ਸਰੀਰ ਠੰਡਕ ਪ੍ਰਾਪਤ ਕਰਕੇ ਟਿਕ ਸਕੇ। ਜਦੋਂ ਇਹ ਸੁਗੰਧਿਤ ਅਤੇ ਠੰਡਾ ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ, ਸਿਆਣੇ ਮੰਨਦੇ ਨੇ ਇਹਨਾਂ ਦਾ ਅਸਰ ਮਨ 'ਤੇ ਵੀ ਪੈਂਦਾ, ਮਨ ਵੀ ਸ਼ਾਂਤ ਹੋਣ ਲੱਗ ਪੈਂਦਾ। ਅਤੇ ਜੇ ਇੱਥੇ ਹੀ ਏਸੀ ਬੰਦ ਹੋ ਜਾਏ, ਪੱਖੇ ਬੰਦ ਹੋ ਜਾਣ, ਅਤੇ ਕੀ ਗਰਮੀ ਹੋ ਜਾਏਗੀ। ਸਾਨੂੰ ਭਾਵੇਂ ਅਸੀਂ 2-2, 4-4 ਫੁੱਟ ਦੂਰ ਬੈਠੇ ਹਾਂ, ਗਰਮੀ ਹੋ ਗਈ, ਪੱਖੇ ਬੰਦ ਹੋ ਗਏ, ਅਤੇ ਸੁਭਾਵਿਕ ਹੀ ਬਦਬੂ ਆਪਣੇ ਆਪ ਤੁਰ ਪੈਣੀ ਹੈ। ਫਿਰ ਕੌਣ ਬੈਠੇਗਾ? ਅਗਰ ਮੰਨ ਵੀ ਲਿਆ, ਕੋਈ ਮਨ ਮਾਰ ਕੇ ਹੱਠ ਕਰਕੇ ਬੈਠਾ ਹੈ, ਤਰਬਤਰ ਹੋਇਆ ਪਸੀਨੇ ਨਾਲ ਬੈਠਾ ਵੀ ਹੈ, ਜੇ ਤਰ੍ਹਾਂ ਸਿਮਰਨ ਨਹੀਂ ਕਰ ਪਾਏਗਾ, ਉਹ ਬੇਚੈਨ ਹੋਏਗਾ। ਸਾਡੇ ਸਾਰਿਆਂ 'ਚ ਗੁਰੂ ਅਰਜਨ ਦੇਵ ਨਹੀਂ ਗਏ ਅਸੀਂ ਕਿਸੇ ਤੱਤੀ ਤਵੀ 'ਤੇ ਬੈਠੇ ਵੀ ਕਰ ਸਕਾਂਗੇ ਬੈਠੀ। ਉਹਦਾ ਮਤਲਬ ਇਹ ਨਹੀਂ ਕਿ ਅਸੀਂ ਜਾਣ ਬੁੱਝ ਕੇ ਤਪਸ਼ ਲਈਏ, ਨਹੀਂ, ਉਹਦਾ ਮਤਲਬ ਜ਼ਿੰਦਗੀ ਦੀ ਕੋਈ ਅਸੀਂ ਤਪਸ਼ ਆ ਜਾਏ। ਉਹ ਤੱਤੀ ਤਵੀ ਮਹਾਰਾਜ ਨੇ ਸਾਨੂੰ ਜੋ ਵਰਤ ਕੇ ਦਿੱਤੀ ਹੈ, ਦਾ ਮਤਲਬ ਇਹ ਨਹੀਂ ਕਿ ਅਸੀਂ ਜਾ ਕੇ ਤਵੀਆਂ ਗਰਮ ਕਰਕੇ ਆਲਾ ਦੁਆਲਾ ਗਰਮ ਕਰਕੇ ਬਹਿ ਜਾਈਏ। ਦਾ ਮਤਲਬ ਹੈ ਜ਼ਿੰਦਗੀ 'ਚ ਕਿਤੇ ਕੋਈ ਤਪਸ਼ ਹੋ ਜਾਏ, ਜ਼ਿੰਦਗੀ ਦੀ ਹਾਲਾਤ ਵਿੱਚ ਕਿਤੇ ਐਸੇ ਪਰਿਸਥਿਤੀਆਂ ਬਣ ਜਾਣ, ਹਾਲਾਤ ਐਸੇ ਔਖੇ ਬਣ ਜਾਣ ਕਿ 4 ਸਫੇਰੇ ਤੋਂ ਅੱਗ ਵਰਦੀ ਹੋਵੇ, ਭਾਵ ਲੋਕ ਬੋਲ ਕਬੋਲ ਬੋਲਦੇ ਹੋਣ, ਪਰਿਸਥਿਤੀਆਂ ਕਰਕੇ ਵਪਾਰ ਦਾ ਵੀ ਕਿਤੇ ਘਾਟਾ ਹੋ ਗਿਆ ਹੋਵੇ, ਪਰਿਵਾਰ ਦੇ ਵਿੱਚ ਵੀ ਕਿਤੇ ਵਾਧੇ ਘਾਟੇ ਹੋ ਗਏ ਹੋਣ, ਅਤੇ ਤਦ ਵੀ ਸਾਡਾ ਮਨ ਸ਼ਾਂਤ ਟਿਕਿਆ ਰਹੇ। ਉਹ ਤੱਤੀ ਤਵੀ ਤੇ ਆਲਾ ਦੁਆਲਾ ਗਰਮੀ, ਉਹਨਾਂ ਦਾ ਮਤਲਬ ਹੈ ਉੱਥੇ ਚੰਦੂ ਵੀ ਤੱਤਾ ਬੋਲਦਾ ਹੈ, ਉੱਥੇ ਜਹਾਂਗੀਰ ਵੀ ਤੱਤਾ ਬੋਲਦਾ ਹੈ, ਉੱਥੇ ਸੀਸ ਤੇ ਰੇਤ ਵੀ ਤੱਤੀ ਪੈਂਦੀ ਹੈ, ਉੱਥੇ ਜਿੱਥੇ ਬੈਠੇ ਨੇ ਉਹ ਤਵੀ ਵੀ ਤੱਤੀ ਪੈਂਦੀ ਹੈ, ਸਾਰੇ ਪਾਸੇ ਤਪਸ਼ ਪੈਂਦੀ ਹੈ। ਮਹੀਨਾ ਵੀ ਜੇਠ ਦਾ ਤਪਿਆ ਹੋਇਆ ਪੈਂਦਾ ਹੈ, ਪਰ ਉਹਦੇ ਵਿੱਚ ਵੀ ਗੁਰੂਦੇਵ ਸ਼ਾਂਤ ਨੇ। ਸਾਡੇ ਲਈ ਕਿ ਭਾਈ ਆਲਾ ਦੁਆਲਾ ਮਾਹੌਲ ਤਪਸ਼ ਵਾਲਾ ਹੋਵੇ, ਅਤੇ ਉਦੋਂ ਵੀ ਤੁਸੀਂ ਬਿਰਤੀ ਨੂੰ ਸ਼ਾਂਤ ਰੱਖਣਾ ਹੈ। ਅੱਸੂ ਦੀ ਬਿਰਤੀ ਜਿਹੜੀ ਹੈ ਸ਼ਾਂਤ ਹੈ, ਸਹਿਜ ਹੈ, ਅਡੋਲਤਾ ਮਿਲਦੀ ਹੈ। ਕਹਿਣ ਲੱਗੇ ਅਸੁਨ ਪ੍ਰੇਮ ਉਮਾੜਾ, ਅੱਸੂ ਦੇ ਮਹੀਨੇ ਵਿੱਚ ਪ੍ਰੇਮ ਦਾ ਉਤਸ਼ਾਹ ਪੈਦਾ ਹੁੰਦਾ ਹੈ।
तो कि फिर जीवन पद्धर ते अगले महीने च नहीं आना चाहिए? नहीं, ਇਹਦਾ मतलब है जीवन दे विच प्रेम का उत्साह बनना चाहिए है। साडे जीवन दे विच आ जो जन्म तो लैके मृत्यु के विचकार जितना समा प्राप्त होया, ये सारे समय नूं असां उत्साहत रखना है। जिवें अज असू आरंभ होया तो 30 कुछ दिन बाद जाके कह देना ना अज मसांद है। पुराने शब्द से मसांद, मसांद का मतलब होंदा कि मासांत, महीने का अंत। अज महीने का अंत हो गया, असीं कल विचारे होना अपने अपने च भी कल संग्रांद है, इसका मतलब अज महीने का आखिरी दिन है। तो भाई एक दिन असां असू का भी आखिरी दिन कह देना ना। महाराज कहते हैं भाई जीवन दे विच प्रेम का उत्साह है। कैसा उत्साह चाहिए है? हुण उत्साह के भी कई पक्ष ने। हो सकता कोई उत्साहित व्यक्ति संसार की किसी प्राप्ति लिए दौड़िया भजा फिरदा। संसार के बहुत सारे व्यक्ति ने उत्साहित ने, पर पता लगा वो किसी संसार के किसी होर पदार्थ लिए जाण लई उत्साहित ने। साडे च है ना क्षमा करना, साडे इस वक्त खास करके पंजाब ते पंजाबीयत विच एक उत्साह बनया है विदेश जाण दा। ये उत्साह है पल्ले के नहीं, पर मन चाहो जरूर है मेरा बच्चा चला जाए। उत्थे की करेगा, किदां गुजरेगा, की बनेगा, सानू इहदी चिंता नहीं बहुती भी उत्थे बच्चे के हालात कैसे होणगे, उहदे जीवन दर्शन कैसे होणगे, वो किन हालातां चों परिस्थितियां चों गुजरेगा, उहदे तन ते उहदे मन ते की असर पएगा, मापियां नूं इहदी चिंता नहीं है। बस एक उत्साह बने, बस भेज दिओ, सड़कों पार भेज दिओ, हद तो पार भेजो कि बीतेगी बच्चा जाने, बच्चे के कर्म जाने। असीं समझ रहे हैं कि असीं बहुत वड्डा काम कर लिया, असीं विदेश भेजता, बहुत वड्डा काम कर लिया। नहीं नहीं, ये उत्साह गलत है। बच्चे देश प्रदेश जान, मैं नहीं कहता कि ना जान, पर समझदारी ना जान, एक सिस्टम दे ना जान, एक ढंग ने जाना। गलत हथकंडे अपना के मत जाओ। असीं वेखे इत्थे समाजिक धारा दे, परिवार धारा दे गलत तो भैड़े लोगों ने हथकंडे अपना रहे ने। फिर बदनामियां किहदियां करांदे हो? अपनियां, अपने पंजाब दी, अपने देश की, अपने गुरु दी। लोग साडे उंगली उठा के कहणगे ना, लै कहिंदे असीं गुरु के सिख हां, कहिंदे असीं गुरबाणी पढ़दे ते कर्मा करदे हो। नहीं, उत्साह होना चाहिए है, पर उत्साह ते भी कंट्रोल चाहिए है। कल परसों सी वाचना, घोड़ा बहुत बलवान चाहिए है, उत्साहित चाहिए है। अड्डी लगे तो छाला मार के दरिया टप जाने वाला घोड़ा चाहिए है, पर लगाम भी जरूर चाहिए है। ऐसा ना होवे कि घोड़ा तो बड़ा बलवान है तो घोड़ा तो भज जाएगा तो सवार डिग पेगा। और साड़ी हालात अज ऐसी हो रही है, साडा घोड़ा तो भज रहा है पर सवार बहुते डिग रहे हैं, बहुतियों के जीवन डिग रहे हैं, बहुते आचरण डिग रहे हैं। खैर, उत्साह होना चाहिए है, पर उत्साह सही पासे, उत्साह दे नाल मार्गदर्शन बहुत जरूरी है। सही मार्ग का उत्साह जरूरी है। तो सब तो सही मार्ग किहड़ा होएगा? धन कमाउण का उत्साह चाहिए है, व्यापार संसार दे विच कामयाबी का उत्साह चाहिए है, अपने अपने स्किल दे विच तरक्की करने का उत्साह चाहिए है। सब तो चंगा उत्साह किहड़ा है? महाराज कहने लगे उत्साह है क्यों मिलीए हर जाए, रब नूं किवें मिला, मैं अपने गुरु नूं किवें मिला। ये उत्साह है कि न्याक दे विच है भाई, अपने अपने हिरदियां ते अपने अपने परिवारां दा किते ध्यान करना। साडे परिवारां दे विच बच्चा अज +2 तो शुरू नहीं कीता हुंदा, असीं आईलैट दी गिणतियां कर रहे होने, उत्साह है ना। पर की असीं सोचिआ है कि भाई ये बाणी पढ़न वाले पासे इन्हां नूं गुरु दे सत दा ज्ञान दे दईए, कि असीं जिंदगी दे 7 मायने उन्होंने सिखाउण लई उत्साहत हाँ। अपने बच्चों के सामने मॉडल रोल बन के एक आदर्शत माता पिता जो 7 के स्वरूप ने, किसा बनने का साढ़े उत्साह है, तो जवाब नहीं मिलता। असी जायज़ ते नाजायज़ तरीके वरते हैं तो फिर बच्चे भी जायज़ नाजायज़ तरीके सीखते हैं। याद रखना, अपराध ते सत दोनों ही बच्चे सब तो वध मापियां तो सीखते हैं। खैर, सब तो उत्तम उत्साह साडा है क्यों मिलीए हर जाए, अपने करता नूं क्यों मिल जा। बस जे उत्साह हो जाए, मेरा जीवन सच्चा सुच्चा रहे, इन्ना ही बहुत है।
हर मापे अगर इत्थे पहुँच जाण कि मैं अपनी सच्ची सुच्ची कमाई करके अपने बच्चे पालने ने, मेरा जीवन सच्चा सुच्चा रहे, उत्साहत भी रहे, ये नहीं कि हर वक्त ढैंदी कला डिप्रेशन 'च बैठा है, नहीं। वो सच्चा सुच्चा जीवन होएगा तो अपने करते नूं मिल जाओगे। कह लगे ओ माहड़ा उत्साहित रहो भाई। मैं अपने गुरु बाबे फरीद नूं देखना किन्ने उत्साह है। शरीर सुक्का पिया है, तन कमज़ोर है, बुढ़ापे ने आके तन जो कुदरती सुकाना सी सुका दिता है। कह लगे कोई गल नहीं, आज जो संसार की संसारक परिस्थितियां बदलाव आने ने वो नहीं रुक सकते। पर ये दोए नैना मत छुयो, क्यों? फिर देखन की आस। अजे मैं उत्साहत हाँ अपने प्रीतम दे दीदारां लई, अजे भी आएगा। मैनूं उम्मीद है कि अखां बंद होण तो पहलां पहलां मैनूं मेरे प्रीतम दे दीदार हो जाणगे। उत्साह बाबे दा देखिए, गुरमुखां दे गुरसिखां दे उत्साह से बड़े इतिहास पढ़ के देखांगे। झाकड़ झाकी मीह वरसै भी गुर देखण जाई, समुंद सागर होविया तां खारा, लंघ गुरसिख लंघ गुरु पह जाई। ये उत्साहत होना चाहिए। गुरुदेव कृपा करन से ऐसा कर सकीए। साडा उत्साह कैसा होवे, कहने लगे क्यों मिलीए हर जाए, कितना मिला मैं अपने प्रभु नूं, यही विचार किए। हौली हौली जो दिल विच उत्साह आएगा, मन तन प्यास दर्शन घणी। कहने लगे हे प्रभु, हे सच्चे पातशाह, जिवें माहौल सोहना बना दिता जे, जिवें पिछली गर्मी तपश, पिछले शराटे, पिछली उमस पसीना घट गया ना, माहौल सुखावा हो गया जीवन का। महाराज मेरे मन विच तुहानूं मिलण दी चाहत है। मैं तन करके ते मन करके तुहानूं मिलण लई उत्साहत हो गया। प्यास दर्शन घणी, घणी का मतलब हुंदा ज़्यादा। मेरे मन विच तुहानूं मिलण दी बहुत ज़्यादा प्यास है। सारे मन दे प्यास ते तन करके हुंदी है। याद रखना, तन करके प्यास केवल पानी दी हुंदी है ते मन करके प्यास मिलाप दी हुंदी है। ये दोनों की प्यास अलग अलग है। तन करके प्यास लगेगी, पानी मिल गया शांत हो गए, पर मन की प्यास मिलाप है। किसनों मिलना चाहते हो, ये ज्ञान है। तुहानूं पता होना चाहिए तुसीं मिलना किनूं चाहते हो। परिवार के संसार तुसीं कदे कदे वेखिया ना, सानूं अपने किसी प्रीतम की उड़ीक हुंदी, संसारी मनुख दी मन बेचैन हो रहा। दिते हुए समय दे विच अगर सानूं नहीं मिलता तो साडा मन बेचैन होंदा। असीं सारे जानते हाँ, और जो मापे ने दिते हुए समय ते बच्चा घर नहीं आया, जबकि सवेरे घरों तोरे है, दोपहर तक पता है ठीक ठाक है, दिते हुए समय ते बच्चा घर नहीं आ रहा तो माँ रोटी खाना सौना जागना भुल जाती है। बार बार नज़रां दरवाजे ते, अगर किते उसने 2 बार फोन नहीं चुकिया तो फिर उस माँ नूं पुछिए प्यास क्या होंदी है। ये फिर उदों पता लगता मन की प्यास क्या होंदी है। तन करके तो दीवार को पानी भरिया पिया पी लेगी, पर मन करके उन्होंने पता बेचैनी की होंदी है। इसी तरह भगत जन भी इत्थे खड़े ने, हे सच्चे पातशाह तेन दर्शन करने ने, तेरे दर्शन करने ने। और प्रभु के भगत प्यारे प्रभु के दर्शनों लिए इसे तरह उत्साहत अति बेचैन होंदे ने, जिवें एक माँ अपने बच्चे नूं इस वक्त मिलण लई बेचैन ते उत्साहत होंदी है। वो दरवाजे ते सारा सारा दिन खड़ी रहिंदी है। उद पता लगदे कि वाध घाट हो गया तो ना सड़क की गर्मी देखती है, ना ठंडक देखती है, नंगे पैर दौड़दी मावां देखिया। क्यों? क्योंकि उन्होंने मन में एक तड़प है, एक ललक है, पकड़ है अपने बच्चे के प्रति। इसे तरह गुरबाणी च बहुत और उदाहरण दिते ने। इसे तरह भगत अते प्रभु का प्यार होंदा है। जदों किते भगत नूं दुख पैंदा है तो प्रभु भी इदां ही आउंदे ने। इन्हां दिनां च असीं एक गाथा पढ़दे हुंदे हां, शायद आपने पढ़िया होवे, जिथे सिख दे अंदर अपने गुरु के प्रति प्रेम भाव होंदा है, उत्थे गुरु के मन में भी अपने सिख के प्रति प्रेम भाव होंदा है। असीं पुरानी साखियों च सुनिया पढ़िया है। सुहले की बाणी की मर्यादा जी नाल संबंधित है। अज भी सानू कहा जाता ना कि भाई सुहले की बाणी का पाठ कर लगे टिक के अपने आसन ते बैठ के पाठ करया करो। तो चाहिए तो कि जो असी कम से कम जितना दरबार है ना, जितों दरबार हाल आप कहने आ, दरबार हाल दे विच जदों अरदास हो रही होवे, जिथे है वो टिके रहो। दरबार हाल दे विच जदों हुक्मनामा हो रहा है, जिथे है कि वो टिके रहो। ये नहीं कोई ऐं जा रहा तो कोई ऐं जा रहा है।
ਅਸੀਂ ਨਾ ਅਰਦਾਸ ਦਾ ਮਾਣ ਕਰ ਪਾ ਰਹੇ ਹਾਂ, ਨਾ ਗੁਰੂ ਦਾ ਮਾਣ ਕਰ ਪਾ ਰਹੇ ਹਾਂ। ਹੁਕਮ ਦਾ ਮਤਲਬ ਕੀ ਹੈ? ਜਿੱਥੇ ਹੈਗੇ ਹੋ ਉੱਥੇ ਸਾਵਧਾਨ ਬਹਿ ਜਾਓ। ਅਰਦਾਸ ਵਿੱਚ, ਦਰਬਾਰ ਵਿੱਚ ਜਿੱਥੇ ਖੜੇ ਹੋ ਉੱਥੇ ਖੜੇ ਰਹੋ, ਅਤੇ ਹੁਕਮ ਦੇ ਦਰਮਿਆਨ ਦਰਬਾਰ ਹਾਲ ਵਿੱਚ ਜਿੱਥੇ ਹੈਗੇ ਹੋ ਉੱਥੇ ਬੈਠ ਜਾਓ। ਗੁਰੂ ਕਾ ਹੁਕਮ ਸੁਣ ਲਓ। ਸੋਹਲੇ ਦੇ ਬਾਬਤ ਵੀ ਹੁਕਮ ਹੈ ਕਿ ਜਦੋਂ ਤੁਸੀਂ ਸੋਹਲਾ ਜੀ ਕੀ ਬਾਣੀ का पाठ निज नित्यनेम च करना है, उदों आसन ते बैठ के, अपने बिस्तर ते बैठ के करना। ये नहीं कि तुरे फिरदे। ठीक है, सोदर का पाठ असीं तुरे फिरदे करते हाँ, जपजी साहिब दा पाठ भी असीं तुरे फिरदे करते हाँ। जिन्होंने सुखमनी कंठ है मुबारक करन, क्योंकि महाराज का हुक्म है उठत बैठत सोवत ध्याई है, मार्ग चलत हरे हर गाइए। पर ये नाले नाल साडे वडेरियां तो सीना बसीना हैगा ना कि भाई सोहला साहब जी की बाणी बैठ के पढ़ना। शायद निक्की जी गल चेते करा दियाँ। जदों साहिब जगत गुरु गुरु नानक पातशाह साहब जी ने लहणा जी नूं चुन लिया, उदों की गल है। लहणा जी नूं चुनाव हो गया, सारा माहौल टिकवा हो गया। जिथे लहणा जी सेवा करते सन महाराज जी नज़दीकी निजंग की सेवा, वो सेवा हुण भाई साधारण करते हैं। जो महाराज के वस्त्रां की निजी सेवा होंदी है ना, निज सेवक के रूप च जो बाबा लहणा जी करते सन, वो हुण सेवा भाई साधारण करते हैं। उन्हों का नाम ही साधारण है, साधारण है नहीं सी। वो गुरु नानक दे प्यारे ने, जरखेज मत दे मालक ने। महाराज के चरणों ते तन तेल की मालिश करने सवेरे श्री इशनान कराने ते देखिया महाराज के पैरों ते झरीटा ने। जो दिन महाराज चरणों को देखिया, महाराज के गोडियां तो हेठां पिन्नियां ते कंडियालियां झरीटां लगदियां ने, लाल लाल जो आप स्वैलिंग कह देने। रुक के कहने लगा, महाराज कल किते आप बेलिया च भी नहीं गए, संध्या के वेले आप किते बाहर नगर तो गए नहीं, पर आ पावन चरणा ते लालगी ये लगता है जिवें कंडियाली झरीट का निशान हुंदा है। महाराज चुप कहने कोई गल नहीं, साधारण अपना तुसी वस्त्र बदन सेवा करनी करो। नहीं महाराज, मेरे मन च ख्याल कि की हो गया है कि कोई मच्छर कीड़ा पतंगा आ गया। आप दे आसन ते किते ऐसा तो नहीं किते कोई कीट पतंगा होवे तो साड़ी सेवा च किते कमी रहेगी या कोई वस्त्र आदिक दे विच। महाराज कहने लगे, नहीं साधारण ऐसा कुछ नहीं है, तुहाडी सेवा ठीक है, पर महाराज ये फिर लालगी क्यों है, ये झरीट क्यों है? हस के कहने लगे, सुनना ही। कहने लगा महाराज हाँ। कहने कल शाम को एक प्यारा बकरियां चारदा फिरदा सी, संध्या हो गई सी, दिन छुपरे है। उसने आजड़ी ने भज भज के भेडां मोड़नियां ने अपने नगर नूं, हनेरा होने तो पहला पहला उन्हें आउणा है। ते प्रेमी जन है, ते प्रेम दे विच आया होया आ पहले बचन सुहले जो आप आरती सुर च पढ़ते हैं, उदों महाराज के 3 बचन पहले ना महले पहले दे इन्हां दा पाठ करदा पिया सी। ते सधारण मेरा एक संकल्प है गुरु दे नाते, ये बचन जदों भी कोई सिख जिथे भी किते पढ़ेगा मैं उहदे अंग संग होवांगा। ते पढ़ रहा सी, पढ़दे झरीटां पै रहीआं ने, ते फिर उहनूं दुख ना होवे ते नाल चलना पैंदा है ना। उदों तो बाद भाई साधारण के थ्रू ये सानू सीना बसीना हुक्म मिलता है कि भाई जदों भी किते तुसी सुहले की बाणी का पाठ करना ना, अपने आसन ते बह के करना, अपने मंजे ते टिकट, जो भी थड़ा अपना बिस्तर आसन है। मैं नहीं कहता भी वड्डे गदेले ही होवन, जो भी अगर किसी को दरी है तो भाई दरी ते बैठा करे, ते किसी तो कोई वधिया आसन है तो वधिया आसन ते बैठा करे। हाँ, असीं ते कदे कदे सवेरे भी सुखासन करते तो उदों भी सुहले का पाठ करी जाने हुंदे आ। भाई सुहले दे नाल सुखासन का कोई संबंध रिश्ता नहीं जे। सुहला साहब की बाणी का संबंध तुहाडे विश्राम दे नाल है। खैर, साडे मन विच अपने गुरु प्रति उत्साह चाहिए। आरंभक उत्साह कैसा, मेरे मन विच मेरे तन विच तेरे प्रति ते उत्साह बने, प्रेम बनेगा तो गल बनेगी ना। इस करके जदों सुखासन करिए उदों सतनाम वाहिगुरू कोई होर जप जप की। हाँ, संध्या के समय इत्थे क्यों सुहले का पाठ हुंदा है? हुण दरबार की संपूर्णता है, हुण कोई कार्रवाई कथा कीर्तन की नहीं होनी, हुण सुखासन की अरदास है। इसी तरह जदों अपने बिस्तर से बैठे असीं अपने घर परिवार दी कार्रवाइयां मुकातियां, हुण नींद की अरदास है, फिर सुहले का जाप असीं करदे हां। महाराज कहण लगे, मेरे मन विच एक ख्वाहिश है, जिवें महाराज के मन में भी अपने सिख के प्रति भाव ते प्रेम मिलने का उत्साह है ना, इसी तरह सिख के मन च साडे मन में इन्ने उत्साह होवे। मन तन प्यास दर्शन कहानी
हे सच्चे पातशाह मेरे मन विच तां है, मेरे ते तन भी पुलकित होया है, पर एक बेनती होर है, कोई आण मिलावे। महाराज मेरे च इतनी ताब नहीं कि मैं जाके मिल सका, मेरे च इतनी समर्था नहीं कि मैं जाके मिल सका, किरपा करो ना कोई मिला दियो। असीं अगे जाके बचन पढ़दा ना, कोई जन हरस्यों देवै जोर, कोई होवे ऐसा प्यारा, कौन होएगा? इत्थे जवाब ने संत सहाय प्रेम की। चेता रखना जे प्रभु दे प्यारे संत ने ना, वो सहायता करते ने। इसे करके संत कदे अपने नाल नहीं जे जोड़ेगा। जे कोई कहंदा अपने आप नूं संत है तो अपने ना जोड़दा है तो संत नहीं है, तो ढोंगी है। सच्चा संत कौन है? जो कहंदा चल गुरु साहब दे दर्शन कर। साहिब अंदर है, वो कहंदा है, शायद अपनी निक्की जी गाथा याद होवे। अज सेवापंथी मंडल च एक बाबा बुद्धू जी होए ने। महाराजा रणजीत सिंह दे वेले च बड़ा नाम, वडियाइयां, प्रसिद्धियां। रणजीत सिंह साहब जो सुख दे महाराजे ने मिलन आए, पहचानते नहीं सन। अपनी शाही शानो शौकत नूं पिछ छड्ड के बतौर गुरसिख स्थान ते आ गए। बाहर सेवा दरवाजे ते एक गुरमुख प्यारे खड़े ने, आके कहण लगे, बाबा जी मैं बुद्धू साहब नूं मिलना है। सुभाविक जिवें असीं कहते ने कि भाई असीं फलाणे साहब नूं मिलना है, कहंदे कि मैं बुद्धू साहब नूं मिलना है। कहण लगे भाई बुद्धू ते आ है ते साहब अंदर है, साहब दे दर्शन करने ने ते साहिब दा दरबार ते अंदर है, ते बुद्धू ते बाहर खड़ा है। चेता रखिए पूर्ण संत, साहब अंदर है, साहब तक मिला के गा, संत साहिब तक लैके आउंदा है। संत कदे नहीं कहंदा मैं, नहीं कहेगा मेरा मुझ में किछ नहीं, जो किछ है सो तेरा। वो गुरमुख संत मिलान च सहायता करते ने, वो विचोले ने। संत सहाय प्रेम के वे की करोगे? हाँ तिनके लागा पाए। ऐसे गुरमुख संतां दा मान करिए, जितना हो सके मान करिए। सानू ते हुक्म है, असीं फिजिकल कर नहीं पावांगे। सीस वड्डे कर बैसन दीजै, विण सुरसेव करीजै। ठीक है, फिजिकल नहीं है, मन करके विनम्रता मिठास धारण करके उन्होंने सेवा करिए। कहने लगे ऐसे गुरमुख जो दिस है गुरसिखड़ा तिस निव निव लागो। पर इस करके गुरसिख दे मगर तुर पाओगे तो गुरु तक पहुँच बन जाएगी। सियाणे मनते ने जे बच्चों के मगर तुरे जाओ आखिर बच्चे मापियां तक पहुँच जाएंगे। तो गुरसिख दे मगर तुर पाओगे शरधा ते प्रेम दे नाल, ते गुरसिख अपने गुरु तक जाएगा ही जाएगा ना, तो गुरु तक पहुँच हो जाएगी। ये गुरु तक ले आउंदे ने। विण प्रभ क्यों सुख पाइए, ख्याल की होवे कि प्रभु तो बिना सुख नहीं। ज्ञान ये टिकिया होवे कि कोई मिले मैनूं सुख नहीं मिलता, मैं सुखी महसूस नहीं करता। सुख केवल प्रभु की संगत विच है। असी गुरबाणी च पढ़िया, आपने कई बार जाप किया होना, सुख नाही बहुतै तन खट है, सुख नाही पेखै निरत नाटे। पढ़िया ना, पर सुख कित्थे है? क्योंकि सर्व सुखां जप हर हर नाए। हम हाले 9वें के बचना आप पढ़ते हाँ, बड़ा स्पष्ट उपदेश है, हुक्म है, जाओ सुख का हो चाहें सदा। जे सदा दे सुख नूं चाहुंदा है तो फिर की करा? जाओ सुख को चाहें सदा, फिर पहुँच गुरु चरणा च, फिर पहुँच सत्संगत विच, राम दी शरण प्राप्त कर। राम कौन है? वाहिगुरु। फिर गुरु की शरण विचार, शरण राम की ले। अज कहन लगे विण प्रभ क्यों सुख पाई है। सानू इन्ना ज्ञान च पता होना चाहिए, दूजी ना ही जाए। जाए का मतलब हुंदा थां, मेरे लिए कोई होर थां नहीं है। जिवें बाबा लैणा जी ने कहा सी कि बाबा किसी ही कोई कोए, किसी दा कोई होएगा मैनू नहीं पता। वो जिन्हां दा कोई होर सी चले गए, जिन्हां नूं किते होर थों सहारा मिलदा सी वो चले गए, पर मेरा तो कोई है ही नहीं, मैं जावां कित्थे? असीं भी किते थे कि महाराज हे जगत गुरु नानक सच्चे पातशाह असीं जाइए कित्थे? साडा ते तुहाडे तो बिना कोई है ही नहीं। दूजी ना ही जाए, साडा ते दूजा थां ही कोई नहीं, जावांगे कित्थे? साडा ते लैके दे के सिर्फ तेरा एक दर है ना, बस तेरे दर ते आ गए हाँ। जैसे भी हाँ बेनती कर दिया करिए कदे कदे, बुरे भले हम थारे हे सच्चे पातशाह
इस तरह दे ही हाँ। बेबेनती है प्रभ जीओ खसमा ना कर प्यारे। सच्चे पातशाह साडे ते कृपा करना, असीं इदां दे ही हाँ, मिलावो अपने चरणी ला लो ना। फिर कहन लगे जिनी चाख्या प्रेम रस। हे सच्चे पातशाह मैं सजे खबे देखदा हाँ कुछ ऐसे गुरमुख जी ने जिन्होंने आप जी की बख्शिश का प्रेम रस मिलिया हुआ है, जिन्होंने आप दे मिलाप का आनंद माणिया, जिन्होंने उस मिठास नूं, उस रस नूं, आप दे रहस नूं माणिया, से तृप्त रहे आघाए रजे पए ने, उत्ते तृप्त होए पे ने। किसी के जीवन च तृप्ति देखना, किसी के मन में संतोख देखना, किसी के कदमां ते बोलां च संतोख देखना, उहदे टिकाव ते सहज देखना, समझ लेना दाते ने ते कृपा की है। उन्होंने कृपा मिली तो कदमां च, बोलां च, घर संतोख ते सहज है। याद रखना है दाता ने करते दियाँ संतोख सहज तृप्ति शांति दाता ने। ये अवस्थावां भी कह सकते हैं। एक वचन असीं पढ़ते होंगे ना, जिहड़े जप करनगे उन्हां नूं ये दातां मिलणगियां। रसना गुण गोपाल नित गायन, की दात मिलेगी? शांत, उन्हें शांति मिलेगी। सहज अडोलता मिलेगी। रहस मन उपजो, मन रहस खेड़े पैदा हो जाएंगे। सगले दुख पलायन। फिर महाराज बड़े प्यार न कहन, वो तू ही सुन भाई, अविनाशी खेम चाहे जे नानक। फिर की करा बाबा? सदा सिमर नारायण। जे तैनू सुख चाहिए है, जे किसी गुरमुख ने जप के शांति प्राप्त की है, जे गुरमुख ने जप के सहज संतोख अडोलता ले ली है, फिर तू भी जप। जिवें असीं कहने भी फलाना उत्थे दुख उस हॉस्पिटल च गया, उन्हें इलाज कराया, ठीक हो गया। अगर तैनू भी रोग है तो भी उत्थे चला जा। जे कोई गुरमुख इत्थों ठीक हो सकता है तो फिर असीं तुसीं क्यों नहीं? जे किसी तीजे चौथे व्यक्ति के रोग इत्थे बाणी सुन के मिट सकते हैं तो साडे क्यों नहीं मिटते ने? पर असीं उत्थे पहुँचते ही नहीं। जिथे जाके अमृत मिलता है, बड़िया तो है उत्थे अमृत वंडीए, उत्थे उसका मतलब कोई दुनिया का कोई वखरा टिकाणा नहीं है कि असीं आ देश छड्ड के उस देश चले जाइए, आ शहर छड्ड के उस शहर नहीं। कित्थे मानसिक अवस्था है वो उत्थे नानक बद्धा घर तहां, जिथे नानक जी ने घर बनाया उस घर में अमृत वंडींदा जे। जिवें कि उत्थे लंगर लगा होया, आपां कदे कदे कहने फलाणे थां ते जी उत्थे लंगर लगा, कित्थे? असीं एड्रैस दस देने आ। अमृत कित्थे मिलदा है? गुरु नानक दे घर मिलदा जे। गुरु नानक दे घर आ जाओ, उत्थे अमृत वंडीए, उत्थे अमृत वंडिया जांदा है। कित्थे? नानक बद्धा घर तहां, जिथे नानक जी ने घर बनाया। तो नानक जी का घर किते आसमानां दे बदलां थोड़ा है। नानक जी का घर जमीनी दे हकीकतां लकीरां नक्शियां ते थोड़ा है। नानक जी का घर तो तुहाडे हिरदियां दे विच है। नानक बद्धा घर तहां कित्थे जी? जिथे मिरत न जन्म जरा। ये तो साडे सब दे हिरदे च है। किते आपां थां दिता है अपने गुरु नानक नूं घर पाउण लई। साडे घर च किहदा थां हिरदे च? ईरखा निंदा चुगली, भैण भरावां दे प्रति, मापियां दे प्रति, समाज प्रति, कुलीग से प्रति निंदा भरी पई, ईरखा भरी। जे किते महाराज किरपा दे घर च आके कहण लिया भी तैनूं नाम रस देने आ, कित्थे पाओगे? एक वचन है ना महाराज दा अपनी मौज दा। महाराज कहण लगे कै घट नाम निवास। लिया भी आ तेनू नाम देने आ, पाएगा कित्थे? तेरे को थैला हैगा? आ बाजार से कदे कदे देखते ना, किसी दुकान पर जाइए वो सामान तोल के फड़ा रहे हैं, पाएगा कि दे विच? असीं थैला तो है नहीं जी। कहते थारे को मिलता कोई नहीं, साडे तो मिलना कोई नहीं, लैके आओ अपना थैला, अपना डोल लैके आओ, दुध खड़ना है। तो महाराज कहते रस सोए ना रस रूपा कामण, रस परमल की वास, एते रस शरीर कै घट नाम निवास। हो भाई नाम कित्थे पावां? ईरखा निंदा चुगली, सोने दा चांदी दा, खाण दा पीण दा, हंडाण दा, काम दा, ये रस तू तन च भरी बैठा है मन विच, नाम कित्थे पाएगा? नतीजन साडा नाम मिल के भी असी नहीं प्राप्त कर पा रहे। महाराज कहने लगे नहीं ऐसा नहीं, वो तृप्त हुए ने, दाता ने, गुरुदेव कृपा करन से करिए। जिन्हों ने चखिया प्रेम रस वो तृप्त ने, आनंद विच ने, टिके हुए ने, वो मरू मरू नहीं करते। उन्होंने को जाके देखिए आनंद है। कहते आनंद सानू एक जुगत दिती है, वडेरियां तो सीना बसीना सानू प्राप्त हुई है। आ हुणे प्रसाद लंगर च वरतदा है ना, तुसीं एक प्रसादा लै लिया, दो लै ले, तीजी वार कोई आउंदा की कहंदे हो? आनंद शब्द है साडा वडेरा। मना नहीं सी करदे भी नहीं लेना, ये कदे इनकार नहीं करते
क्योंकि प्रसाद नहीं लेना, ये तो ਆਪਾਂ बोल नहीं बोलते ना कि कहने आनंद है, आनंद हो आनंद है। किसी को पुछते की हाल है, आनंद बने। याद रखना गुरुदेव कृपा करन सानू एक्चुअली आनंद मिले, तृप्त होकर रहिए, रजे रहिए। पर चेतन रजे हो ही रहणगे ਜਿਹੜੇ प्रेम रस ਨੂੰ ਚੱਖ ਲੈਣਗੇ। यतन करिया करी, क्योंकि यतन तो करना पैना, मेहनत तो करनी पैनी। किसी भी प्राप्ति ਨੂੰ प्राप्त करने ਲਈ यतन करना पैंदा। जिन्हें चाख्या प्रेम रस से तृप्त रहे आघाए, तो की करिए उन्हें की कीता वही सी कर लीए। जिन्हों ने प्रेम रस प्राप्त किया, तृप्त हुए ने, जो कर्म उन्होंने किया है वही आप कर लीए। उन्होंने भी आप त्याग बेनती की, उन्हें आपा त्यागे, उन्होंने भी मैं मेरी त्याग दी, उन्होंने भी तन मन धन सौंपे है। तो बेनती असीं भी करिए, आप त्याग बेनती कर। बस ਜਿਹੜੇ ਇਹ ਕਰਨਗੇ ਆਪਾ ਤਿਆਗ ਦੇਣਗੇ। ਇੱਥੇ ਹੋਰ ਕੁਛ ਨਹੀਂ ਤਿਆਗਣਾ, ਇੱਥੇ ਆਪੇ ਨੂੰ ਤਿਆਗਣਾ ਹੈ। ਅਸੀਂ ਫਿਲਾਸਫੀ ਪੜ੍ਹਦੇ ਹੁੰਦੇ ਹਾਂ, ਅਨਮਤਾਂ 'ਚ ਅਸੀਂ ਟਿੱਪਣੀ ਨਹੀਂ ਕਰਦੇ, ਪਰ ਉੱਥੇ ਆਪਣੇ ਗੁਰੂ ਕਰਤੇ ਦੇ ਮਿਲਾਪ ਲਈ ਕੁਝ ਤਿਆਗ ਕਰਨ ਦਾ ਹੁਕਮ ਮਿਲਦਾ ਹੈ। ਆ ਵੇਖਿਆ ਹੁਣ ਜਿਨ੍ਹਾਂ ਨੇ ਇਸ ਰਸ ਫਿਲਾਸਫੀ ਨੂੰ ਪੜ੍ਹੇ ਜਾਣੇ ਹੈ, ਕੋਈ ਕੀ ਤਿਆਗ ਕਰਦੇ, ਕੋਈ ਜੀ ਪਰਿਵਾਰ ਤਿਆਗ ਕਰ ਦਿਓ, ਕੋਈ ਗ੍ਰਸਤ ਦਾ ਤਿਆਗ ਕਰ ਦਿਓ, ਵਪਾਰ ਦਾ ਤਿਆਗ ਕਰ ਦਿਓ, ਹੋਰ ਕੁਝ ਨਹੀਂ, ਕੋਈ ਫਲ ਤਿਆਗ ਦਿਓ। ਆ ਵੇਖਿਆ ਹੋਣਾ ਸਾਧੂ ਮੰਡਲਾਂ 'ਚ, ਜੇ ਤੁਸੀਂ ਇਹਨਾਂ ਦੀ ਕਿਰਪਾ ਲੈਣੀ ਤੇ ਜੋ ਜੀ ਕੋਈ ਫਲ ਤਿਆਗ ਦਿਓ, ਕੋਈ ਅਨਾਜ ਖਾਣਾ ਤਿਆਗ ਦਿਓ, ਕੋਈ ਰੰਗ ਪਾਉਣਾ ਤਿਆਗ ਦਿਓ, ਕੁਛ ਤਿਆਗੋ, ਤਦ ਜਾ ਕੇ ਤੁਹਾਨੂੰ ਉਹਨਾਂ ਦੀ ਕਿਰਪਾ ਮਿਲੇਗੀ। ਅਤੇ ਗੁਰੂ ਨਾਨਕ ਦੇ ਘਰ ਕੀ ਤਿਆਗਣਾ ਪੈਂਦਾ? ਕਦੇ ਅੱਜ ਤੱਕ ਕਿਸੇ ਨੇ ਕਿਹਾ ਵੀ ਤੁਸੀਂ ਇੱਥੇ ਆ ਕੇ ਅੰਨ ਤਿਆਗ ਦਿਓ? ਨਹੀਂ। ਵਸਤਰ ਤਿਆਗ ਦਿਓ। ਐਸਾ ਸਾਡੇ ਪਾਸ ਹੈਗਾ ਇੱਕ ਸੰਪਰਦਾ, ਜਿਨ੍ਹਾਂ ਨੇ ਕਿਤੇ ਦੀਕਸ਼ਾ ਲੈਣੀ ਹੁੰਦੀ ਤੇ ਚੰਗੇ ਭਲੇ ਇੱਜ਼ਤਦਾਰ ਵਿਅਕਤੀ ਨੂੰ ਵੀ ਬਾਜ਼ਾਰ 'ਚ ਨੰਗਾ ਕਰਕੇ ਤੁਰਦੇ ਨੇ। ਤੁਰਨਾ ਪੈਂਦਾ, ਉਹਨਾਂ ਦੇ ਮੰਡਲ ਹੈ, ਅਸੀਂ ਟਿੱਪਣੀ ਨਹੀਂ ਕਰਦੇ, ਪਰ ਤੁਰਨਾ ਪੈਂਦਾ। ਢੋਲ ਵਜਾ ਕੇ ਤੁਰਦੇ ਨੇ, ਤਿਆਗ ਦਿੰਦੇ ਨੇ। ਕਦੇ ਐਸਾ ਗੁਰੂ ਨਾਨਕ ਦੇ ਘਰ ਮਿਲਿਆ ਸਾਨੂੰ ਵੀ ਆਹ ਤਿਆਗੋ? ਨਹੀਂ। ਇੱਥੇ ਕਹਿੰਦੇ ਨੇ ਭਾਈ ਇੱਥੇ ਤਿਆਗਣਾ ਤੇ ਆਪਾ ਤਿਆਗ, ਮੈਂ ਤਿਆਗ ਦੇ। ਇਸ ਦਰਬਾਰ ਦੇ ਰੈੱਡ ਕਾਰਪੇਟ 'ਤੇ ਤੁਰਨਾ ਜਿਹਨੇ ਨਾ, ਉਹਦੇ ਵਾਸਤੇ ਸਾਵਧਾਨੀ ਜ਼ਰੂਰਤ ਹੈ। ਪਤਾ ਕੀ ਤਿਆਗਣਾ ਪੈਣਾ, ਇੱਥੇ ਕੀ ਵਿਵਰਜਿਤ ਹੈ। ਜਿੱਦਾਂ ਬਾਹਰ ਲਿਖਿਆ ਨਾ, ਇੱਥੇ ਨਸ਼ਾ ਲੈ ਕੇ ਆਉਣਾ ਵਿਵਰਜਿਤ ਲਿਖਿਆ ਨਾ, ਸਰਕਾਰੀ ਥਾਂ 'ਤੇ ਲਿਖਿਆ ਹੁੰਦਾ ਇੱਥੇ ਆਰਮਸ ਲੈ ਕੇ ਆਉਣਾ ਵਿਵਰਜਿਤ ਹੈ। ਪਰ ਚੇਤਨ ਗੁਰੂ ਨਾਨਕ ਦੇ ਦਰਬਾਰ 'ਤੇ ਵੀ ਇਸ ਰੈੱਡ ਕਾਰਪੇਟ 'ਤੇ ਤੁਰਨ ਵਾਲਿਆਂ ਵਾਸਤੇ ਵੀ ਕੁਛ ਵਿਵਰਜਿਤ ਜੇ। ਮਾਣ ਮੋਹ ਮੇਰ ਤੇਰ ਵਿਵਰਜਿਤ, ਮਾਣ ਮੋਹ ਮੇਰ ਤੇਰ ਵਿਵਰਜਿਤ, ਇਹ ਮਾਰਗ ਖੰਡੇ ਤਹਾਰ। ਵੇਖਣ ਨੂੰ ਤਾਂ 7 ਫੁੱਟ ਚੌੜਾ ਮਾਰਗ ਲੱਗਦਾ ਹੈ, ਪਰ ਮਾਰਗ ਖੰਡੇ ਤਹਾਰ ਹੈ। ਜਿਸ ਨੇ ਇਸ 'ਤੇ ਚੱਲ ਕੇ ਗੁਰੂ ਨਾਨਕ ਦੇ ਚਰਨਾਂ ਤੱਕ ਪਹੁੰਚਣਾ ਹੈ, ਉਹ ਮਾਣ ਮੋਹ ਮੇਰ ਤੇਰ ਤਿਆਗ ਦੇ। ਸਾਧੋ ਮਨ ਕਾ ਮਾਨ ਤਿਆਗੋ। ਇੱਥੇ ਖਾਣ ਪੀਣ ਵਸਤਰ ਘਰ ਕੱਪੜੇ ਸੰਸਾਰ ਦੇਸ਼ ਮਤ ਤਿਆਗੋ, ਬਲਕਿ ਇਹ 'ਚ ਰਹਿ ਕੇ ਰਿਸਪੋਂਸਿਬਿਲਿਟੀਜ਼ ਨੂੰ ਜ਼ਿੰਮੇਦਾਰੀ ਨਿਭਾਓ। ਜੋ ਤੁਹਾਡੀ ਡਿਊਟੀਜ਼ ਨੇ, ਜੋ ਰਿਸਪੋਂਸਿਬਿਲਿਟੀਜ਼ ਨੇ, ਨਿਭਾਓ, ਪਰ ਮਾਣ ਮਤ ਕਰਿਓ। ਆਪਾ ਤਿਆਗੋ, ਮੈਂ ਤਿਆਗ ਦਿਓ। ਮਹਾਰਾਜ ਆਪ ਤਿਆਗ ਬੇਨਤੀ ਕਰੇ। ਗੁਰਮੁਖ ਜਨ ਕਰਦੇ ਨੇ, ਭਗਤ ਜਨ ਐਸਾ ਕਰਦੇ ਨੇ, ਤਿਆਗਦੇ ਨੇ। ਸਭ ਕੁਝ ਭਗਤਾਂ ਦੇ ਘਰ ਵਰਤ ਰਿਹਾ ਹੁੰਦਾ ਹੈ, ਅਤੇ ਫਿਰ ਵੀ ਭਗਤ ਕੀ ਕਹਿੰਦੇ, ਨਾ ਹਮ ਕੀਆ। ਬਾਬਾ ਕਬੀਰ ਸਾਹਿਬ ਸਾਖੀ ਸੁਣੀਏ ਪੜ੍ਹਦੇ ਨਾ, ਲੋਕ ਧੰਨ ਕਬੀਰ ਕਹਿੰਦੇ ਹੋਣਗੇ, ਪਰ ਕਬੀਰ ਸਾਹਿਬ ਕੀ ਕਹਿੰਦੇ, ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ। ਉਹ ਨਾ ਭਾਈ ਮੈਂ ਕੀਤਾ ਜੇ, ਨਾ ਮੈਂ ਕਰ ਸਕਦਾ, ਨਾ ਮੇਰੇ ਤਨ ਮਨ 'ਚ ਨਹੀਂ ਸਮਰਥਾ ਕਿ ਕੁਛ ਹੋ ਸਕੇ। ਲੋਕਾਂ ਨੇ ਫਿਰ ਵੀ ਹੋ ਰਿਹਾ, ਕਹਿੰਦੇ ਕਿਆ ਜਾਣੋ ਕਿ ਛਰ ਕੀ ਹੈ, ਤੇ ਰੱਬ ਦੀ ਖੇਡ ਹੈ, ਕਰਤੇ ਦੀ ਕਿਰਪਾ ਹੈ ਨਾ। ਉਹ ਕੀੜਾ ਥਾਪਦੇ ਪਾਤਸ਼ਾਹੀ ਕਰ ਸਕਦਾ, ਮਹਾਰਾਜ ਕਰ ਸਕਦੇ ਨੇ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਇਹ ਮਹਾਰਾਜ ਕਰ ਸਕਦੇ ਨਾ। ਸਾਨੂੰ ਨਾਨਕ ਸਤਿਗੁਰੂ ਕੀ ਕਹਿੰਦੇ ਨੇ, ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ। ਮੇਰਾ ਨਹੀਂ, ਆਪ ਤਿਆਗ ਬਿਨਤੀ ਕਰਹਿ, ਲੇਹ ਪ੍ਰਭੂ ਲੜ ਲਾਏ हे ਸੱਚੇ ਪਾਤਸ਼ਾਹ। ਹੁਣ ਤੇ ਆਪਣੇ ਚਰਣੀ ਲਾ ਲਓ, ਹੁਣ ਤੇ ਆਪਣੇ ਪੱਲੇ ਲਾ ਲਓ। ਅਸੀਂ ਆਪ 'ਤੇ ਲੜ ਲੱਗਣ ਵਾਸਤੇ ਇੱਥੋਂ ਤੱਕ ਚੱਲ ਕੇ ਆ ਗਏ ਹਾਂ। ਅਸੀਂ ਆਪਣੇ ਪਰਿਵਾਰਾਂ 'ਚ ਜਦੋਂ ਅਸੀਂ ਵਿਵਾਹ ਆਨੰਦ ਕਾਰਜ ਦੇ ਸਮਾਗਮਾਂ 'ਤੇ ਬੈਠਦੇ ਹਾਂ, ਅਤੇ ਉਦੋਂ ਇੱਕ ਸ਼ਲੋਕ ਪੜ੍ਹਿਆ ਜਾਂਦਾ ਹੈ, ਉਸ ਨੂੰ ਅਸਾਂ ਇੱਕ ਰਸਮ ਬਣਾ ਲਿਆ। ਅਕਸਰ ਜਦੋਂ ਅਸੀਂ ਬੈਠਾਇਆ ਹੁੰਦਾ ਦੁਲਹੇ ਦੁਲਹਨ ਨੂੰ, ਸੁਭਾਗ ਜੋੜੀ ਨੂੰ,
ਗੁਰੂ ਕੇ ਹਜ਼ੂਰ। ਤੇ ਜਦੋਂ ਪਿਤਾ ਪੱਲਾ ਪਕੜਾ ਰਿਹਾ ਤਾਂ ਉਦੋਂ ਕੀਰਤਨ ਵਿੱਚ ਇੱਕ ਸ਼ਬਦ ਭਾਈ ਸਾਹਿਬ ਪੜ੍ਹਦੇ ਹੁੰਦੇ ਨੇ, ਅਸੀਂ ਉਸ ਨੂੰ ਇੱਕ ਰਸਮ ਦੇ ਰੂਪ 'ਚ ਸਵੀਕਾਰ ਕਰ ਲਿਆ। ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵੰਝਾਈ ਛੋੜਿਆ, ਹੱਬ ਕਿਛ ਤਿਆਗੀ, ਹੱਬੇ ਸਾਖ ਕੁੜਾਵੇ ਡਿੱਠੇ, ਤਉ ਪੱਲੇ ਤੈਂਡੇ ਲਾਗੀ। ਅਸੀਂ ਉਸ ਨੂੰ ਪਰਿਵਾਰ ਦੇ ਸਮਾਗਮ 'ਚ ਇੱਕ ਰਸਮ ਤੱਕ ਜੁੜਦਾ, ਕਿਤੇ ਇੱਥੇ ਕਹੀਏ ਸੱਚੇ ਪਾਤਸ਼ਾਹ ਲਿਓ ਪ੍ਰਭੂ ਲੜ ਲਾਏ, हे ਸੱਚੇ ਪਾਤਸ਼ਾਹ ਮੈਨੂੰ ਆਪਣੇ ਲੜ ਲਾ ਲਓ, ਮੈਨੂੰ ਸਮਝ ਆ ਗਈ ਹੈ, ਪਤਾ ਲੱਗ ਗਿਆ। ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵੰਝਾਈ ਛੋੜਿਆ। ਮੈਂ ਅੱਜ ਤੋਂ ਬਾਅਦ ਉਸਤਤ ਨਿੰਦਾ ਛੱਡ ਦਿੱਤੀ, ਮੈਂ ਦੁਨੀਆ ਦੀ ਚਗਲੀ ਨਿੰਦਾ ਕਰਨੀ ਛੱਡ ਦਿੱਤੀ, ਮੈਂ ਲੋਕਾਂ ਦੀ ਵਡਿਆਈ ਕਰਨੀ, ਲੋਕਾਂ ਦੀ ਉਸਤਤ ਕਰਨੀ ਤੇ ਲੋਕਾਂ ਦੇ ਬਾੜੇ ਮੰਦਾ ਬੋਲਣਾ ਚੱਲਣਾ ਛੱਡ ਦਿੱਤਾ। ਮੈਨੂੰ ਸਮਝ ਆ ਗਈ ਹੱਬੇ ਸਾਕ ਕੁੜਾਵੇ ਡਿੱਠੇ, ਮੈਨੂੰ ਸਮਝ ਆ ਗਈ ਤਾਓ ਪੱਲੇ ਤੈਂਡੇ ਲਾਗੀ। ਜੋ ਆਤਮਾ ਕਿਤੇ ਪੁਕਾਰ ਕਰੇ, हे ਸੱਚੇ ਪਾਤਸ਼ਾਹ ਮੈਂ ਤੇ ਤੇਰੇ ਦਰ ਤੇ ਇਸ ਕਰਕੇ ਆਈ ਹਾਂ ਕਿ ਮੈਨੂੰ ਸਮਝ ਆ ਗਈ ਹੈ ਸਭ ਕੂੜ ਦਾ ਭਰਿਆ ਪਸਾਰਾ ਹੈ। ਬੇਨਤੀ ਹੈ ਸੱਚੇ ਪਾਤਸ਼ਾਹ ਹੁਣ ਤਾਂ ਲਿਓ ਪ੍ਰਭੂ ਲੜ ਲਾਏ। ਫਿਰ ਕਹਿੰਦੇ ਨੇ ਜੋ ਹਰ ਕੰਤ ਮਿਲਾਈਆਂ ਹਾ, ਜਿਨ੍ਹਾਂ ਨੂੰ ਸਾਹਿਬ ਨੇ ਫਿਰ ਕਿਰਪਾ ਕਰਕੇ ਤਰਸ ਕਰਕੇ ਆਪਣੇ ਦਰ ਤੇ ਥਾਂ ਦਿੱਤਾ, ਆਪਣੇ ਪਾਵਨ ਚਰਨਾਂ ਦੀ ਪਵਿੱਤਰ ਸ਼ੋਭ ਬਖਸ਼ਿਸ਼ ਕਰਤੀ। ਜੋ ਹਰ ਕੰਤ ਮਿਲਾਈਆਂ ਸੇ ਵਿਛੁੜ ਕਤਹਿ ਨਾ ਜਾਏ, ਫਿਰ ਉਹ ਕਦੇ ਵੀ ਇਸ ਦਰ ਨੂੰ ਛੱਡ ਕੇ ਨਹੀਂ ਜਾਂਦੇ। ਆ ਵੇਖਿਆ ਨਾ, ਉਹਨਾਂ ਦੇ ਬੰਦ ਕੱਟ ਦਿੱਤੇ ਜਾਂਦੇ ਨੇ, ਉਹਨਾਂ ਨੂੰ ਦੋ ਟੁਕੜੇ ਚੀਰ ਦਿੱਤਾ ਜਾਂਦਾ ਹੈ, ਉਹਨਾਂ ਨੂੰ ਮੁੰਗਲੀਆਂ ਨਾਲ ਕੁੱਟ ਕੇ ਮਾਰਿਆ ਜਾਂਦਾ ਹੈ, ਉਹਨਾਂ ਦੇ ਖੋਪਰ ਉਤਾਰ ਦਿੱਤੇ ਜਾਂਦੇ ਨੇ, ਉਹਨਾਂ ਦੇ ਬੱਚਿਆਂ ਦੇ ਟੋਟੇ ਕਰ ਕੇ ਉਹਨਾਂ ਦੇ ਗਲ 'ਚ ਪਾ ਦਿੱਤੇ ਜਾਂਦੇ ਨੇ, ਸਵਾ ਮਣ ਪੀਸਣ ਲਈ ਦਿੱਤਾ ਜਾਂਦਾ ਹੈ, ਰੋਟੀ ਖਾਣਾ ਪ੍ਰਸ਼ਾਦਾ ਮਿਲਦਾ ਹੈ। ਪਰ ਕੀ ਕਿਸੇ ਨੇ ਵੀ ਇਸ ਦਰ ਨੂੰ ਛੱਡਿਆ? ਇਤਿਹਾਸ ਸਾਖੀ ਪਰਦਾ ਨਹੀਂ। ਸਾਡੇ ਕੋਲ ਇੱਕ ਵੀ ਐਸਾ ਵਿਰੋਧੀਆਂ ਦੇ ਕੋਲ ਵੀ ਸ਼ਬਦ ਨਾਮ ਨਹੀਂ ਹੈ ਵੀ ਭਾਈ ਕਿਸੇ ਨੇ ਇਸ ਦਰ ਨੂੰ ਛੱਡਿਆ ਹੋਵੇ। ਕਿਸੇ ਕਿਹਾ ਵੀ ਨਾ ਭਾਈ ਮੇਰੀ ਜਾਨ ਬਖਸ਼ੀ ਕਰ ਦਿਓ, ਮੇਰੇ ਪਰਿਵਾਰ ਬੱਚੇ ਮਾਪੇ ਨੇ, ਮੇਰੇ ਭੈਣ ਭਰਾ ਕਮਜ਼ੋਰ ਨੇ, ਮਾਂ ਬੁੱਢੀ ਹੈ। ਨਾ, ਅਸੀਂ ਬਲਕਿ ਐਸਾ ਵੀ ਦੇਖਿਆ ਦੁਨਿਆਵੀ ਤੌਰ 'ਤੇ ਇੱਕ ਬਜ਼ੁਰਗ ਮਾਂ ਆਪਣੀ ਸੱਜ ਵਿਆਹੀ ਨੂੰਹ ਨੂੰ ਲੈ ਕੇ ਫਰੁਖਸਰ ਦੇ ਦਰਬਾਰਾਂ 'ਚੋਂ ਲੈ ਕੇ ਚਾਂਦਨੀ ਚੌਕ ਦੇ ਉਸ ਮੁਕਾਮ 'ਤੇ ਜਿੱਥੇ ਆਰਾ ਚੱਲਿਆ ਸੀ ਪਹੁੰਚ ਗਈ। ਤੇ ਅੱਗੋਂ ਜਵਾਬ ਕੀ ਮਿਲਦਾ, ਜਿਸ ਨੂੰ ਸਾਹਿਬ ਨੇ ਆਪਣੇ ਲੜ ਲਾ ਲਿਆ ਸੀ, ਕੀ ਕਹਿਣ ਲੱਗਾ, ਇਹ ਤਾਂ ਮੇਰੀ ਮਾਂ ਹੀ ਨਹੀਂ ਹੈ, ਕਿਉਂਕਿ ਮੈਨੂੰ ਪਤਾ ਲੱਗ ਗਿਆ ਇਹ ਕੁੜਾਵੇ ਸਾਕ ਨੇ, ਮੇਰੀ ਮਾਂ ਤੇ ਆ ਗੁਰਮਾਂ ਬੈਠੀ ਹੋਈ ਹੈ। ਜਦ ਨਾ ਵਿਛੜ ਕਤੇ ਨਾ ਜਾਏ, ਉਹ ਨਾ ਛੱਡਦੇ ਨੇ ਤੇ ਨਾ ਸਾਹਿਬ ਨੂੰ ਕਦੇ ਵਿਛੋੜਦੇ ਨੇ। ਪਤਾ ਕਿਉਂ? ਪ੍ਰਭ ਬਿਨ ਦੂਜਾ ਕੋ ਨਹੀਂ। ਅਸਲੀਅਤ ਜੇ ਸੱਚ ਹੈ, ਪ੍ਰਭੂ ਤੋਂ ਬਿਨਾਂ ਕੋਈ ਨਹੀਂ ਜੇ ਭਾਈ ਜੋ ਸਾਡੀ ਬਾਂਹ ਫੜ ਸਕੇ। ਪ੍ਰਭੂ ਵਾਹਿਗੁਰੂ ਤੋਂ ਬਿਨਾਂ ਕੋਈ ਨਹੀਂ ਜੇ ਜੋ ਸਾਨੂੰ ਜੀਵਾਤਮ ਪੱਧਰ 'ਤੇ ਸਾਡੀ ਬਾਂਹ ਪਕੜ ਕੇ ਸਾਨੂੰ ਇਸ ਭਵਜਲ 'ਚੋਂ ਕੱਢ ਸਕੇ। ਕੋਈ ਦੂਜਾ ਨਹੀਂ ਜੇ। ਬਾਕੀ ਠੀਕ ਹੈ, ਕੋਈ ਆਪਣੇ ਆਪਣੇ ਮੁਕਾਮਾਂ ਤੱਕ ਲੈ ਜਾਏਗਾ, ਕੋਈ ਸਵਰਗ ਤੱਕ ਲੈ ਜਾਏਗਾ, ਕੋਈ ਕਿਸੇ ਹੋਰ ਮੁਕਾਮ ਤੱਕ ਲੈ ਜਾਏਗਾ। ਪ੍ਰਭ ਉੱਚਾ ਉਠਾ ਲੈਂਦਾ ਹੈ, ਉਹ ਮਿਲਾ ਲੈਂਦਾ, ਮਿਲਾਏਗਾ ਕੋਈ ਨਹੀਂ ਪ੍ਰਭੂ ਤੋਂ ਬਿਨਾਂ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨ ਆਏ। ਮਹਾਰਾਜਾ ਆਪਣਾ ਨਾਲ ਇੱਕ ਦਿਨ ਭਾਈ ਫਿਰ ਵਾਹਿਗੁਰੂ ਸ਼ਰਨ ਪ੍ਰਾਪਤ ਕਰੋ, ਕਿਉਂਕਿ ਮਹਾਰਾਜ ਦਾ ਸੁਭਾਅ ਹੈ ਜੋ ਸ਼ਰਣੇ ਆਵੈ ਤਿਸ ਕੰਠ ਲਾਵੈ। ਜਿਹੜਾ ਵੀ ਮਹਾਰਾਜ ਦੀ ਸ਼ਰਨ ਆ ਜਾਂਦਾ ਹੈ, ਭਾਵੇਂ ਉਹਨੇ ਕੱਲ ਗਲਤੀਆਂ ਵੀ ਕਿਉਂ ਨਾ ਕੀਤੀ ਹੋਣ, ਉਹਨੇ ਭੁੱਲ ਵੀ ਕਿਉਂ ਨਾ ਕੀਤੀ, ਅਗਰ ਕੋਈ ਭੁੱਲ ਮੰਨ ਲੈਂਦਾ ਹੈ, ਗਲਤੀ ਦੀ ਮੰਨ ਲੈਂਦਾ ਹੈ ਤੇ ਮਹਾਰਾਜ ਦੀ ਸ਼ਰਨ ਆ ਜਾਂਦਾ ਹੈ, ਮਹਾਰਾਜ ਬਖਸ਼ ਲੈਂਦੇ ਨੇ। ਕਹਿਣ ਲੱਗੇ ਬਿਨ ਪ੍ਰਭ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨ ਆਏ ਅਸੂ ਸੁਖੀ ਵਸੰਦੀਆਂ। ਜੀਵਨ ਦੇ ਵਿੱਚ ਫਿਰ ਉਹ ਰੂਹਾਂ ਸੁਖੀ ਵਸਦੀਆਂ। ਕਰਤੇ ਦੀ ਬਣਾਈ ਹੋਈ ਕਰਤਾ ਰਚਨਾ ਦੇ ਵਿੱਚ, ਇਸ ਜੀਵਨ ਦੇ ਵਿੱਚ ਫਿਰ ਉਹ ਰੂਹਾਂ ਜੀਵ ਸੁਖੀ ਵਸਦੇ ਨੇ। ਜੀਵਾਤਮਾ ਜਿਨ੍ਹਾਂ ਮਾਇਆ ਹਰ ਰਾਏ, ਮਾਇਆ ਦਾ ਮਤਲਬ ਹੁੰਦਾ ਕਿਰਪਾ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ, ਉਹ ਜੀਵ ਸੁਖੀ ਵਸਦੇ ਨੇ। ਅਸੀਂ ਬੇਨਤੀ ਕਰੀਏ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਾਤੇ ਹੀ। ਕਹਿ ਸਕੀਏ ਨਾ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਤੇਰੀ ਸ਼ਰਨ ਆਏ ਹਾਂ, ਬਸ ਹੁਣ ਪ੍ਰੇਮ ਤੇ ਮਾਹੜਾ ਹੈ, ਸਾਨੂੰ ਮਿਲਾ ਲਓ। ਭੁੱਲ ਚੁੱਕ ਦੇ ਖਿਮਾ, ਆਸੀਸ ਅਤੇ ਪਿਆਰ ਦੇ ਨੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।